ਵੈਲਕਮ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਪਸੰਦੀਦਾ ਚੈਨਲ ਪੋਜ਼ਿਟਿਵ ਵਾਈਬਸ ਪੰਜਾਬ ਦੇ ਉੱਪਰ। ਸੋ ਇਸ ਚੈਨਲ ਦੇ ਉੱਪਰ ਦੋਸਤੋ ਆਪਾਂ ਇੱਕ ਤੁਹਾਡੇ PSSB ਕਲਰਕ ਐਗਜ਼ਾਮ ਦੇ ਲਈ ਇੱਕ ਸਪੈਸ਼ਲ ਸੀਰੀਜ਼ ਸਟਾਰਟ ਕੀਤੀ ਹੈ, ਜਿਸ ਨੂੰ ਆਪਾਂ ਡਿਸਕਸ ਕਰ ਰਹੇ ਹਾਂ ਇਨ ਦਾ ਫਾਰਮ ਆਫ ਕੁਐਸਚਨ ਨੂੰ ਡਿਸਕਸ ਕਰ ਰਹੇ ਹਾਂ ਇਨ ਦਾ ਫਾਰਮ ਆਫ MCQ, ਬੈਸਟ MCQ ਡਿਸਕਸ ਕਰ ਰਹੇ ਹਾਂ। ਔਰ ਉसी ਕੰਟੀਨਿਊਸ਼ਨ ਦੇ ਵਿੱਚ ਅੱਜ ਆਪਾਂ ਇਹਦਾ ਪਾਰਟ 3rd डिस्कस करने जा रहे हैं। सो लेट्स स्टार्ट द वीडियो। पहला क्वेश्चन रीड आउट कर रहे हैं, विच वन ऑफ द फॉलोइंग रिवर क्रॉसेस द ट्रॉपिक ऑफ कैप्रिकॉन ट्वाइस। ਜਿਹੜਾ ਕਿ ਹੈ ਟ੍ਰੋਪਿਕ ਆਫ ਕੈਪਰੀਕॉन ਨੂੰ ਦੋ ਵਾਰ ਕਿਹੜਾ ਰਿਵਰ ਕੱਟਦਾ ਹੈਗਾ, ਤੇ ਇਹਦਾ ਆਨਸਰ ਕੀ ਤੁਹਾਡੇ ਕੋਲ ਹੋਏਗਾ, ਏ ਇਜ਼ ਦਾ ਕਰੈਕਟ ਆਨਸਰ। ਔਰ ਲਿੰਪੋਪੋ ਰਿਵਰ ਜਿਹੜਾ ਹੈ ਕਿੱਥੇ ਤੁਹਾਡਾ ਅਫਰੀਕਾ ਦੇ ਵਿੱਚ। ਅਫਰੀਕਾ ਦਾ ਰਿਵਰ ਹੈ ਲਿੰਪੋਪੋ, ਜਿਹੜਾ ਟ੍ਰੋਪਿਕ ਆਫ ਕੈਪਰੀਕॉन ਨੂੰ ਕੀ ਕਰਦਾ ਹੈਗਾ, ਦੋ ਵਾਰੀ ਕੱਟਦਾ ਹੈਗਾ। ਔਰ ਕੈਪਰੀਕॉन ਨੂੰ ਪੰਜਾਬੀ 'ਚ ਆਪਾਂ ਕਹਿੰਦੇ ਹਾਂ ਮਕਰ ਰੇਖਾ, ਹੈ ਨਾ। ਉਸ ਤੋਂ ਬਾਅਦ ਅਗਰ ਕੁਐਸਚਨ ਆ ਜਾਂਦਾ ਹੈਗਾ ਕਿ ਕਿਹੜਾ ਰਿਵਰ ਹੈ ਜਿਹੜਾ ਟ੍ਰੋਪਿਕ ਆਫ ਕੈਂਸਰ ਨੂੰ ਦੋ ਵਾਰੀ ਕੱਟਦਾ ਹੈਗਾ, ਤਾਂ ਉਹਦਾ ਆਨਸਰ ਕੀ ਹੋ ਜਾਏਗਾ, ਮਾਹੀ ਰਿਵਰ। ਔਰ ਮਾਹੀ ਰਿਵਰ ਹੈ ਕਿੱਥੇ ਤੁਹਾਡੇ ਕੋਲੇ, ਇੰਡੀਆ ਦੇ ਵਿੱਚ। ਅਗਰ ਤੁਹਾਡੇ ਕੋਲ ਕੁਐਸਚਨ ਆ ਜਾਂਦਾ ਹੈਗਾ ਕਿ ਵਿਚ ਰਿਵਰ ਕੱਟਸ ਦਾ ਇਕੁਏਟਰ ਟਵਾਈਸ, ਦੋ ਵਾਰ ਇਕੁਏਟਰ ਨੂੰ ਕਿਹੜਾ ਕੱਟਦਾ ਹੈਗਾ, ਭੂ-ਮੱਧ ਰੇਖਾ ਨੂੰ ਕਿਹੜਾ ਕੱਟਦਾ ਹੈਗਾ, ਉਹ ਰਿਵਰ ਕਿਹੜਾ ਹੋਏਗਾ, ਕੋਂਗੋ ਰਿਵਰ। ਔਰ ਕੋਂਗੋ ਰਿਵਰ ਹੈ ਕਿੱਥੇ ਤੁਹਾਡਾ, ਅਫਰੀਕਾ ਦੇ ਵਿੱਚ ਹੈ। ਔਰ ਅਫਰੀਕਾ ਦਾ ਹੋਰ ਕੀ ਫੈਕਟ ਹੈ, ਇਹ ਹੈ ਸੈਕਿੰਡ ਲੌਂਗੈਸਟ ਰਿਵਰ। ਅਗਰ ਸੈਕਿੰਡ ਲੌਂਗੈਸਟ ਰਿਵਰ ਹੈ ਤਾਂ ਕੁਐਸਚਨ ਅਗਰ ਆ ਗਿਆ ਕਿ ਫਸਟ ਲੌਂਗੈਸਟ ਰਿਵਰ ਕਿਹੜਾ ਹੈ ਜਾਂ ਲੌਂਗੈਸਟ ਰਿਵਰ ਆਫ ਅਫਰੀਕਾ ਕਿਹੜਾ ਹੈਗਾ, ਤਾਂ ਉਹਦਾ ਆਨਸਰ ਕੀ ਹੋਏਗਾ, ਨਾਈਲ ਇਜ਼ ਦਾ ਲੌਂਗੈਸਟ ਰਿਵਰ ਆਫ ਅਫਰੀਕਾ। ਕਲੀਅਰ। ਤਾਂ ਇੱਕੋ ਕੁਐਸਚਨ ਦੇ ਵਿੱਚ ਤੁਹਾਡੇ ਕੋਲੇ 4 ਜਾਂ 5 ਕੁਐਸਚਨ ਕਲੀਅਰ ਹੋ ਗਿਆ। ਔਰ ਅਗਰ ਤੁਹਾਡੇ ਕੋਲ ਕੁਐਸਚਨ ਆ ਜਾਂਦਾ ਹੈ ਕਿ ਵਿਚ ਇਜ਼ ਦਾ ਲੌਂਗੈਸਟ ਰਿਵਰ ਆਫ ਇੰਡੀਆ, ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲ ਕੀ ਹੋਏਗਾ, ਗੰਗਾ। ਅਗਰ ਆ ਗਿਆ ਵਿਚ ਇਜ਼ ਦਾ ਲੌਂਗੈਸਟ ਰਿਵਰ ਆਫ ਪੈਨਿਸੂਲਰ ਇੰਡੀਆ, ਤਾਂ ਉਸ ਕੇਸ ਦੇ ਵਿੱਚ ਆਪਾਂ ਕੱਲ੍ਹ ਡਿਸਕਸ ਕੀਤਾ ਹੈਗਾ ਰਿਵਰ ਗੋਦਾਵਰੀ। ਕਲੀਅਰ। ਸੋ ਇਹ ਸਾਰੇ ਫੈਕਟ ਤੁਸੀਂ ਜਿਹੜੇ ਹੈਗੇ ਇਹਨਾਂ ਨੂੰ ਇੱਕ ਵਾਰ ਰਿਵਾਈਜ਼ ਕਰ ਲੈਣਾ, ਬਿਕੋਜ਼ ਰਿਵੀਜ਼ਨ ਲਈ ਵੀਡੀਓ ਬਣੀ ਹੈ। ਹੁਣ ਇਹਦੇ 'ਚ ਆਪਾਂ ਕੁਝ ਡਿਫਰੈਂਟ ਟਰਮਸ ਯੂਜ਼ ਕੀਤੀਆਂ ਨੇ, ਜਿਵੇਂ ਸਪੋਜ਼ ਆਪਾਂ ਕੀਤਾ ਕਿ ਟ੍ਰੋਪਿਕ ਆਫ ਕੈਂਸਰ, ਇਕੁਏਟਰ ਕਿੱਥੇ ਹੁੰਦੀ ਹੈ, ਔਰ ਟ੍ਰੋਪਿਕ ਆਫ ਕੈਪਰੀਕॉन, ਹੈ ਨਾ। ਤਿੰਨੋਂ ਟਰਮਸ ਯੂਜ਼ ਕੀਤੀਆਂ ਨੇ, ਕਿਉਂਕਿ ਆਪਾਂ ਕੀ ਦੇਖਿਆ ਹੈਗਾ ਕਿ ਟ੍ਰੋਪਿਕ ਆਫ ਕੈਪਰੀਕॉन ਨੂੰ ਕਿਹੜਾ ਰਿਵਰ ਦੋ ਵਾਰੀ ਕੱਟਦਾ ਹੈਗਾ, ਰਿਵਰ ਲਿੰਪੋਪੋ, ਹੈ ਨਾ, ਅਫਰੀਕਾ ਦੇ ਵਿੱਚ। ਟ੍ਰੋਪਿਕ ਆਫ ਕੈਂਸਰ ਨੂੰ ਕਿਹੜਾ ਰਿਵਰ ਦੋ ਵਾਰੀ ਕੱਟਦਾ ਹੈਗਾ, ਰਿਵਰ ਮਾਹੀ, ਇੰਡੀਆ ਦੇ ਵਿੱਚ। ਔਰ ਇਕੁਏਟਰ ਨੂੰ ਦੋ ਵਾਰੀ ਕਿਹੜਾ ਕੱਟਦਾ ਹੈਗਾ, ਇਹ ਵੀ ਆਪਾਂ ਦੇਖ ਚੁੱਕੇ ਹਾਂ, ਕੋਂਗੋ ਰਿਵਰ, ਜੋ ਕਿ ਅਫਰੀਕਾ ਦਾ ਸੈਕਿੰਡ ਲੌਂਗੈਸਟ ਰਿਵਰ ਹੈ ਨਾ। ਤਾਂ ਇਹ ਹੁਣ ਟ੍ਰੋਪਿਕ ਆਫ ਕੈਂਸਰ, ਇਕੁਏਟਰ ਔਰ ਟ੍ਰੋਪਿਕ ਆਫ ਕੈਪਰੀਕॉन, ਹੈ ਨਾ, ਇਹ ਟਰਮਸ ਆਪਾਂ ਯੂਜ਼ ਕੀਤੀਆਂ ਨੇ। ਇਹਨਾਂ ਨੂੰ ਦੇਖੋ ਕੀ ਬੋਲਦੇ, ਇਹਨਾਂ ਨੂੰ ਬੋਲਦੇ ਲੈਟੀਟਿਊਡਸ। ਇਹ ਹੈ 0 ਲੈਟੀਟਿਊਡ ਦੇ ਉੱਪਰ। ਔਰ ਇਹ ਵੀ ਕੁਐਸਚਨ ਆ ਜਾਂਦਾ, ਜਿਹੜਾ ਟ੍ਰੋਪਿਕ ਆਫ ਕੈਂਸਰ ਹੈ ਜਾਂ ਟ੍ਰੋਪਿਕ ਆਫ ਕੈਂਸਰ ਨੂੰ ਪੰਜਾਬੀ 'ਚ ਆਪਾਂ ਕਹਿੰਦੇ ਕਰਕ ਰੇਖਾ ਹੈਗੀ ਹੈ, ਉਹ ਕਿਸ ਲੈਟੀਟਿਊਡ ਦੇ ਉੱਪਰ ਹੈ। ਆਪਾਂ ਕੀ ਬੋਲਾਂਗੇ, 23 ਐਂਡ ਹਾਫ ਨਾਰਥ, ਹੈ ਨਾ, ਨਾਰਦਰਨ ਹੈਮੀਸਫੇਅਰ ਦੇ ਵਿੱਚ ਹੈ। ਅਗਰ ਟ੍ਰੋਪਿਕ ਆਫ ਕੈਪਰੀਕॉन ਕਿੱਥੇ ਹੈ, ਤਾਂ ਇਹ ਕੀ ਹੋਏਗਾ, 23 ਐਂਡ ਹਾਫ ਸਦਰਨ ਹੈਮੀਸਫੇਅਰ। ਅਗਰ ਪੁੱਛਿਆ ਜਾਏਗਾ ਇਕੁਏਟਰ ਕਿੱਥੇ ਹੈ, ਇਕੁਏਟਰ ਤੁਹਾਡੀ ਹੈਗੀ ਹੈ 0 ਲੈਟੀਟਿਊਡ ਦੇ ਉੱਪਰ, ਹੈ ਨਾ। ਇਹਨਾਂ ਨੂੰ ਕੀ ਬੋਲਦੇ, ਲੈਟੀਟਿਊਡਸ। ਔਰ ਜਿਹੜੀਆਂ ਇਹ ਵਾਲੀਆਂ ਨੇ ਲਾਈਨਾਂ ਉੱਪਰੋਂ ਨੀਚੇ ਨੂੰ ਆ ਰਹੀਆਂ ਨੇ, ਇਹਨਾਂ ਨੂੰ ਬੋਲਦੇ ਆਪਾਂ ਲੌਂਗੀਟਿਊਡਸ। ਅੱਜ ਆਪਾਂ ਸਿਰਫ ਲੈਟੀਟਿਊਡ ਨੂੰ ਡਿਸਕਸ ਕਰ ਰਹੇ ਹਾਂ। ਔਰ ਦੂਸਰਾ ਕੀ ਹੈ, ਅਰਥ ਨੂੰ ਆਪਾਂ ਦੋ ਲਾਈਨ ਦੇ ਵਿੱਚ, ਦੋ ਪਾਰਟਸ ਵਿੱਚ ਡਿਵਾਈਡ ਕੀਤਾ ਹੋਇਆ ਹੈਗਾ। ਇਹ ਨਾਰਦਰਨ ਹੈਮੀਸਫੇਅਰ ਔਰ ਇਹ ਕੀ ਹੈ, ਸਦਰਨ ਹੈਮੀਸਫੇਅਰ। ਇੰਡੀਆ ਜਿਹੜਾ ਲਾਈ ਕਰਦਾ ਉਹ ਕਿੱਥੇ ਕਰਦਾ ਹੈਗਾ, ਜਿਹੜਾ ਨਾਰਦਰਨ ਹੈਮੀਸਫੇਅਰ ਉਹਦੇ 'ਚ ਲਾਈ ਕਰਦਾ ਇੰਡੀਆ, ਹੈ ਨਾ। ਦੂਸਰਾ ਕੀ ਹੈ, ਉੱਪਰ ਆਪਾਂ ਇਹਦੇ 'ਚ ਕੀ ਡਿਸਕਸ ਕੀਤਾ ਹੈਗਾ, ਇੱਕ ਹੋਰ ਕਰਨਾ ਹੈਗਾ, ਨਾਰਥ ਪੋਲ, ਜਿਹਨੂੰ ਕੀ ਹੈ 90 ਡਿਗਰੀ ਨਾਰਥ ਦੇ ਉੱਪਰ ਆ। ਔਰ ਇੱਕ ਇਮੈਜਨਰੀ ਪੁਆਇੰਟ ਆਪਾਂ ਇੱਥੇ ਰੱਖਿਆ ਹੋਇਆ ਸਾਊਥ ਦੇ ਵਿੱਚ, ਉਹਨੂੰ ਬੋਲਦੇ ਆ ਸਾਊਥ ਪੋਲ, ਹੈ ਨਾ, ਉਹਨੂੰ 90 ਡਿਗਰੀ ਸਾਊਥ ਆਪਾਂ ਕਹਿ ਦਿੰਦੇ ਹਾਂ। ਇੱਕ ਦੋਸਤੋ ਇਹਦੇ 'ਚ ਹੋਰ ਆ ਜਾਂਦਾ ਤੁਹਾਡੇ ਕੋਲੇ, ਦੇਖੋ ਇਹ ਮੈਂ ਤੁਹਾਨੂੰ ਪਿਕਚਰ ਕਿਉਂ ਡਿਸਕਸ ਕਰ ਰਿਹਾ, ਕਿਉਂਕਿ ਜੋਗਰਾਫੀ ਦੇ ਵਿੱਚ ਇਸ ਦੇ ਬੇਸਿਸ ਦੇ ਉੱਪਰ ਕਾਫੀ ਕੁਐਸਚਨ ਫਰੇਮ ਹੋ ਜਾਂਦੇ ਆ, ਔਰ ਇਹ ਟਰਮਸ ਕਾਫੀ ਵਾਰੀ ਯੂਜ਼ ਹੁੰਦੀ ਹੈ ਨਾ। ਤਾਂ ਇਹਦੇ ਲਈ ਇਹ ਤੁਹਾਨੂੰ ਟਰਮਸ ਕਲੀਅਰ ਹੋਣੀ ਚਾਹੀਦੀ ਹੈ। ਜ਼ਰੂਰੀ ਨਹੀਂ ਕਿ ਇਸ ਪੇਪਰ 'ਚ ਪੁੱਛੀ ਜਾਵੇ, ਕਿਸੇ ਵੀ ਪੇਪਰ ਦੇ ਵਿੱਚ ਪੁੱਛੀ ਜਾ ਸਕਦੀ ਹੈ। ਇਹ ਟਰਮਸ ਤਾਂ ਬੇਸਿਕ ਆ, ਅਗਰ ਤੁਸੀਂ ਜੋਗਰਾਫੀ ਪੜ੍ਹ ਰਹੇ ਹੋ। ਹੁਣ ਇਹਦੇ 'ਚ ਕੀ ਕੁਛ ਰੀਜ਼ਨਸ ਦੀ ਗੱਲ ਕਰਦੇ ਹਾਂ। ਇੱਕ ਇਹ ਵਾਲਾ ਰੀਜ਼ਨ ਹੁੰਦਾ ਹੈਗਾ, ਕਿੱਥੋਂ ਲੈ ਕੇ, ਟ੍ਰੋਪਿਕ ਆਫ ਕੈਪਰੀਕॉन ਤੋਂ ਲੈ ਕੇ ਟ੍ਰੋਪਿਕ ਆਫ ਕੈਂਸਰ ਤੱਕ, ਮਤਲਬ 23 ਐਂਡ ਹਾਫ ਨਾਰਥ ਤੇ 23 ਐਂਡ ਹਾਫ ਸਾਊਥ ਤੱਕ। ਇਹਨੂੰ ਏਰੀਏ ਨੂੰ ਆਪਾਂ ਕੀ ਬੋਲਦੇ ਹਾਂ, ਇਹਨੂੰ ਬੋਲਦੇ ਹਾਂ ਟ੍ਰੋਪੀਕਲ ਰੀਜਨ। ਠੀਕ ਹੈ। ਅਗਰ ਆਪਣੇ ਕੋਲ ਆ ਗਿਆ ਜਿਹੜਾ ਏਰੀਆ ਹੈਗਾ ਕਿ ਇੱਥੋਂ ਲੈ ਕੇ ਇੱਥੇ ਤੱਕ, ਸਿਮਿਲਰਲੀ ਇੱਥੋਂ ਲੈ ਕੇ ਇੱਥੇ ਤੱਕ, ਇਹਨੂੰ ਆਪਾਂ ਕੀ ਬੋਲਦੇ ਹਾਂ, ਇਹਨੂੰ ਬੋਲਦੇ ਹਾਂ ਟੈਂਪਰੇਟ ਜ਼ੋਨ। ਠੀਕ ਹੈ। ਔਰ ਇਹ ਉੱਪਰ ਵਾਲਾ ਜਿਹੜਾ ਪੋਰਸ਼ਨ ਹੈ, ਇੱਧਰੋਂ ਵੀ ਉੱਪਰ ਔਰ ਇੱਧਰੋਂ ਨੀਚੇ ਵਾਲਾ, ਇਹਨੂੰ ਆਪਾਂ ਕੀ ਬੋਲਦੇ ਹਾਂ, ਇਹਨੂੰ ਬੋਲਦੇ ਹਾਂ ਪੋਲਰ ਜ਼ੋਨ।
ਕਿਤੇ ਨਾ ਕਿਤੇ ਇਹ ਚੀਜ਼ ਤੁਹਾਨੂੰ ਪੁੱਛੀ ਜਾ ਸਕਦੀ ਹੈ, ਨਹੀਂ ਵੀ ਪੁੱਛੀ ਜਾਏਗੀ ਤਾਂ ਅਗਰ ਜੀਓਗ੍ਰਾਫੀ ਨੂੰ ਤੁਸੀਂ ਪੜ੍ਹਨਾ ਹੈਗਾ ਇਨ ਡਿਟੇਲ, ਤੁਹਾਨੂੰ ਇਹਦੀਆਂ ਟਰਮਸ ਇਹ ਕਲੀਅਰ ਹੋਣੀਆਂ ਚਾਹੀਦੀਆਂ ਨੇ। ਸੋ ਲਾਸਟ ਕੁਐਸਚਨ ਦੇ ਵਿੱਚ ਆਪਾਂ ਟ੍ਰੋਪਿਕ ਆਫ ਕੈਂਸਰ ਡਿਸਕਸ ਕੀਤਾ ਸੀਗਾ, ਇਕੁਏਟਰ ਡਿਸਕਸ ਕੀਤਾ ਸੀਗਾ ਐਂਡ ਟ੍ਰੋਪਿਕ ਆਫ ਕੈਪਰੀਕੌਨ ਡਿਸਕਸ ਕੀਤਾ ਸੀਗਾ, ਹੈ ਨਾ। ਅਗਰ ਦੇਖਿਆ ਜਾਵੇ ਟੋਟਲ ਕਿੰਨੀਆਂ ਲੇਟਮੀਆਂ ਲਾਈਨਾਂ, ਇਹਨੂੰ ਲੈਟੀਟਿਊਡ ਨੂੰ ਕਿਵੇਂ ਯਾਦ ਰੱਖਦੇ ਹਾਂ, ਜਿਹੜੀਆਂ ਆਪਣੀਆਂ ਇਹਨਾਂ ਨੂੰ ਬੋਲਦੇ ਇਸ ਤਰ੍ਹਾਂ ਦੀਆਂ ਲਾਈਨਸ ਆ, ਇਹਨਾਂ ਨੂੰ ਆਪਾਂ ਕੀ ਬੋਲਦੇ ਹਾਂ, ਲੈਟੀਟਿਊਡਸ। ਔਰ ਜਿਹੜੇ ਇਦਾਂ ਦੇ ਸੈਮੀ ਸਰਕਲ ਆ ਤੁਹਾਡੇ ਕੋਲ, ਇਹਨਾਂ ਨੂੰ ਕੀ ਬੋਲਦੇ ਆਪਾਂ, ਲੌਂਗੀਟਿਊਡਸ, ਹੈ ਨਾ। ਅੱਜ ਆਪਾਂ ਲੈਟੀਟਿਊਡਸ ਦੀਆਂ, ਔਰ ਇਹ ਟੋਟਲ ਕਿੰਨੀਆਂ ਨੇ ਤੁਹਾਡੇ ਕੋਲ, 181। 0 ਡਿਗਰੀ ਦੇ ਉੱਪਰ ਕੀ ਹੈ, ਇਕੁਏਟਰ। 23.5 ਦੇ ਉੱਪਰ ਕੀ ਹੈ, ਟ੍ਰੋਪਿਕ ਆਫ ਕੈਂਸਰ। ਐਂਡ 23.5 ਦੇ ਸਾਊਦਰਨ ਦੇ ਵਿੱਚ ਕੀ ਹੈ ਤੁਹਾਡੇ ਕੋਲੇ, ਟ੍ਰੋਪਿਕ ਆਫ ਕੈਪਰੀਕੌਨ। ਠੀਕ ਹੈ, ਫਿਲਹਾਲ ਇਹ ਤੁਸੀਂ ਤਿੰਨੋਂ ਟਰਮਸ ਨੂੰ ਯਾਦ ਰੱਖ ਲੈਣਾ। ਨੈਕਸਟ ਕੁਐਸਚਨ ਆਪਾਂ ਕਰਦੇ ਹਾਂ ਡਿਸਕਸ। ਹੁਣ ਟ੍ਰੋਪਿਕ ਆਫ ਕੈਂਸਰ ਤੁਹਾਨੂੰ ਪਤਾ ਲੱਗ ਗਿਆ ਹੈ, ਇਹ ਵੀ ਪਤਾ ਲੱਗ ਗਿਆ ਕਿ ਜਿਹੜੇ ਟ੍ਰੋਪਿਕ ਆਫ ਕੈਂਸਰ ਨੂੰ ਜਿਹੜੀ ਰੀਵਰ ਹੈ, ਕਿਹੜੀ ਰੀਵਰ 2 ਵਾਰੀ ਕੱਟਦੀ ਹੈ, ਉਹ ਆਪਾਂ ਪੜ੍ਹ ਲਿਆ ਗਿਆ ਕੁਐਸਚਨ ਦੇ ਵਿੱਚ, ਮਾਹੀ ਰੀਵਰ। ਇਟ ਮੀਨਸ ਕਿ ਇੰਡੀਆ ਦੀ ਗੱਲ ਕਰ ਰਹੇ ਹਾਂ। ਹੁਣ ਜਦੋਂ ਇੰਡੀਆ ਦੇ ਵਿੱਚੋਂ ਪਾਸ ਹੋ ਰਹੀ ਹੈ ਤਾਂ ਕਿੰਨੇ ਸਟੇਟਸ ਨੂੰ ਇਹ ਕ੍ਰਾਸ ਕਰਦੀ ਹੈ, ਤੇ ਇਹਦੇ ਵੀ ਤੁਹਾਨੂੰ ਕੁਐਸਚਨ ਇੱਕ ਬੜਾ ਅੱਛਾ ਕੁਐਸਚਨ ਫਰੇਮ ਬਣਦਾ ਹੈ ਐਗਜ਼ਾਮ ਪੁਆਇੰਟ ਆਫ ਵਿਊ ਨਾਲ। ਤੇ ਇਹਦਾ ਆਨਸਰ ਕੀ ਹੋਏਗਾ ਕਿ 8 ਜਿਹੜੀਆਂ ਹੈਗੀਆਂ ਸਟੇਟਸ ਨੂੰ ਇਹ ਕ੍ਰਾਸ ਕਰਦੀ ਹੈ। ਹੁਣ 8 ਸਟੇਟਸ ਦਾ ਕੀ ਹੈ, ਨੰਬਰ ਵੀ ਪੁੱਛ ਸਕਦਾ ਹੈਗਾ, ਜਾਂ ਤੁਹਾਨੂੰ ਕੀ ਹੈ ਉਹ ਸਟੇਟਸ ਦੇ ਨਾਮ ਵੀ ਪੁੱਛ ਸਕਦਾ ਹੈਗਾ। ਤਾਂ ਦੂਸਰਾ ਕਿ ਇਹਦੇ ਨਾਮ ਵੀ ਆਪਾਂ ਯਾਦ ਕਰਨੇ ਆ। ਅੱਜ ਮੈਂ ਥੋੜੀ ਪਿਕਚਰਸ ਵੀ ਐਡ ਕੀਤੀਆਂ ਤਾਂ ਕਿ ਤੁਹਾਨੂੰ ਹੋਰ ਕਲੈਰੀਫਾਈ ਹੋ ਜੇ। ਇਹ ਜਿਹੜੀ ਡਰਾਅ ਕੀਤੀ ਹੋਈ ਹੈ, ਇਹ ਹੈ ਤੁਹਾਡੀ ਇਕੁਏਟਰ, ਟ੍ਰੋਪਿਕ ਆਫ ਕੈਂਸਰ, ਹੈ ਨਾ। ਕਿੱਥੇ, 23.5 ਨਾਰਥ ਦੇ ਵਿੱਚ, ਨਾ ਨਰਦਰਨ ਹੈਮੀਸਫੇਅਰ ਦੇ ਵਿੱਚ ਹੈ। ਕਿਹੜੀ ਕਿਹੜੀਆਂ ਸਟੇਟਸ ਨੂੰ ਇਹ ਟੱਚ ਕਰਦਾ ਹੈਗਾ, ਕ੍ਰਾਸ ਕਰਦਾ ਹੈਗਾ। ਪਹਿਲੀ ਗੁਜਰਾਤ, ਦੂਜੀ ਰਾਜਸਥਾਨ, ਤੀਜੀ ਮੱਧ ਪ੍ਰਦੇਸ਼, ਚੌਥੀ ਛੱਤੀਸਗੜ੍ਹ, ਪੰਜਵੀਂ ਝਾਰਖੰਡ, ਛੇਵੀਂ ਤੁਹਾਡੇ ਕੋਲ ਵੈਸਟ ਬੰਗਾਲ, ਸੱਤਵੀਂ ਤ੍ਰਿਪੁਰਾ, ਔਰ 8ਵੀਂ ਤੁਹਾਡੇ ਕੋਲ ਕੀ ਹੈ, ਮਿਜ਼ੋਰਮ। ਤਾਂ ਟੋਟਲ ਇਹ 8 ਸਟੇਟਸ ਨੂੰ ਇਹ ਕ੍ਰਾਸ ਕਰਦਾ ਹੈਗਾ। ਇੱਕ ਜਦੋਂ ਵੀ ਤੁਹਾਨੂੰ ਸਟੇਟਸ ਦਾ ਪੁੱਛੇਗਾ ਤਾਂ ਧਿਆਨ ਰੱਖੋ ਕਿ ਤੁਹਾਨੂੰ ਇੱਕ ਇਹ ਆਪਸ਼ਨ ਦੇ ਵਿੱਚ ਉੜੀਸਾ ਜ਼ਰੂਰ ਪਾਏਗਾ, ਹੈ ਨਾ, ਕਿਉਂਕਿ ਸਾਨੂੰ ਲੱਗਦਾ ਹੈ ਕਿ ਕਰਦੇ ਕਰਦੇ ਉੜੀਸਾ ਨੂੰ ਵੀ ਕ੍ਰਾਸ ਕਰਦੀ ਹੈ। ਤਾਂ ਧਿਆਨ ਰੱਖਣਾ ਕਿ ਜਿਹੜੀ ਟ੍ਰੋਪਿਕ ਆਫ ਕੈਂਸਰ ਹੈ ਇਹ ਉੜੀਸਾ ਨੂੰ ਨਹੀਂ ਕ੍ਰਾਸ ਕਰਦੀ, ਹੈ ਨਾ। ਕਿਹੜੀਆਂ ਸਟੇਟਸ ਨੇ, ਗੁਜਰਾਤ ਤੋਂ ਲੈ ਕੇ ਮਿਜ਼ੋਰਮ ਤੱਕ ਤੁਹਾਡੇ ਕੋਲ ਕਿੰਨੀਆਂ ਨੇ, 8 ਸਟੇਟਸ ਨੇ। ਇਹਨੂੰ ਪੌਜ਼ ਕਰਕੇ ਇੱਕ ਵਾਰ ਸਟੇਟਸ ਨੂੰ ਰਿਵਾਈਜ਼ ਕਰ ਲਓ, ਪੱਕਾ ਕੋਈ ਨਾ ਕੋਈ ਕੁਐਸਚਨ ਇਸ ਦੇ ਵਿੱਚੋਂ ਫਰੇਮ ਹੋਏਗਾ, ਟ੍ਰੋਪਿਕ ਆਫ ਕੈਂਸਰ। ਔਰ ਦੂਸਰਾ, ਅਗਰ ਟ੍ਰੋਪਿਕ ਆਫ ਕੈਂਸਰ ਦੀ ਆਪਾਂ ਗੱਲ ਕਰੀਏ, ਅਗਰ ਆਪਾਂ ਕੌਂਟੀਨੈਂਟਸ ਦੀ ਗੱਲ ਕਰੀਏ ਤਾਂ ਇੱਕ 3 ਕੌਂਟੀਨੈਂਟਸ ਨੂੰ ਇਹ ਕ੍ਰਾਸ ਕਰਦਾ ਹੈ। ਇੰਡੀਆ ਤਾਂ ਆਪਾਂ ਦੇਖ ਹੀ ਲਿਆ, ਏਸ਼ੀਆ ਕੌਂਟੀਨੈਂਟ ਆ ਗਿਆ, ਅਫਰੀਕਾ ਨੂੰ ਵੀ ਇੱਕ ਜਿਹੜਾ ਹੈਗਾ ਕ੍ਰਾਸ ਕਰਦਾ ਹੈਗਾ, ਔਰ ਇੱਕ ਹੈ ਤੁਹਾਡੇ ਕੋਲੇ ਨਾਰਥ ਅਮਰੀਕਾ। ਅਗਰ ਕੌਂਟੀਨੈਂਟ ਪੁੱਛਿਆ ਤਾਂ 3 ਕੌਂਟੀਨੈਂਟਸ ਨੂੰ ਇਹ ਕ੍ਰਾਸ ਕਰਦਾ ਹੈਗਾ। ਅਗਰ ਇੰਡੀਆ ਦੇ ਵਿੱਚ ਕਿੰਨੀਆਂ ਸਟੇਟਸ ਪੁੱਛਿਆ ਤਾਂ 8 ਸਟੇਟਸ, ਔਰ 8 ਸਟੇਟਸ ਦੇ ਨਾਮ ਪੁੱਛਿਆ ਗਿਆ, ਤਾਂ ਉਹ ਤੁਹਾਨੂੰ ਮੈਂ ਇਹਦੇ 'ਚ ਐਕਸਪਲੇਨ ਕਰ ਹੀ ਦਿੱਤਾ ਗਿਆ, ਹੈ ਨਾ। ਅਫਰੀਕਾ 'ਚ ਆਪਾਂ ਦੇਖਿਆ ਸੀਗਾ ਰੀਵਰ ਜਿਹੜਾ, ਚਲੋ ਇਹ ਨਹੀਂ ਹੋਈ, ਉਹ ਆਪਾਂ ਪਹਿਲੇ ਡਿਸਕਸ ਕਰ ਚੁੱਕੇ ਹਾਂ, ਕਲੀਅਰ। ਨੈਕਸਟ ਆਪਾਂ ਦੇਖਦੇ ਹਾਂ ਨੈਕਸਟ ਕੁਐਸਚਨ, ਦ ਲੌਂਗੈਸਟ ਡੇ ਐਂਡ ਸ਼ਾਰਟੈਸਟ ਨਾਈਟ ਇਨ ਦਾ ਸਦਰਨ ਹੈਮੀਸਫੇਅਰ ਇਜ਼। ਦੇਖੋ ਆਪਾਂ, ਇਹ ਤੁਹਾਨੂੰ ਬੜਾ ਸਿੰਪਲ ਕੁਐਸਚਨ ਲੱਗਦਾ ਹੋਣਾ, ਪਰ ਮੈਂ ਤੁਹਾਨੂੰ ਇਸ ਚੀਜ਼ ਦੀ ਗਰੰਟੀ ਲੈਂਦਾ ਕਿ 40 ਤੋਂ 50% ਬੱਚਿਆਂ ਨੇ ਕੀ ਹੈ ਲੌਂਗੈਸਟ ਡੇ ਪੜ੍ਹਨਾ ਹੈ, ਔਰ ਕਲਿੱਕ ਕੀ ਕਰ ਦੇਣਾ ਇੱਥੇ 21 ਜੂਨ, ਹੈ ਨਾ। ਇਹਨਾਂ ਨੇ ਪੁੱਛਿਆ ਕੀ ਹੈ, ਸਦਰਨ ਹੈਮੀਸਫੇਅਰ ਦੇ ਵਿੱਚ ਲੌਂਗੈਸਟ ਡੇ ਪੁੱਛਿਆ ਗਿਆ। ਇਹਦਾ ਮਤਲਬ ਕਿ ਕਿੱਥੋਂ ਦੀ ਗੱਲ ਕਰ ਰਿਹਾ, ਇੱਥੋਂ ਦੀ ਗੱਲ ਕਰ ਰਿਹਾ। ਜਿਹੜਾ 21 ਜੂਨ ਹੈ ਦੋਸਤੋ, 21 ਜੂਨ ਤਾਂ ਤੁਹਾਡਾ ਹੈਗਾ ਕਿ ਨਾਰਦਰਨ ਹੈਮੀਸਫੇਅਰ ਦੇ ਵਿੱਚ, ਉੱਪਰਲੇ ਏਰੀਏ ਦੇ ਵਿੱਚ। ਹੁਣ ਪੁੱਛਿਆ ਕਿੱਥੋਂ ਦਾ ਹੈਗਾ, ਇੱਥੋਂ ਦਾ ਪੁੱਛਿਆ ਗਿਆ। ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੋਏਗਾ, ਧਿਆਨ ਨਾਲ ਕਲਿੱਕ ਕਰਨਾ ਹੈਗਾ, ਟਿਕ ਕਰਨਾ, ਦਸੰਬਰ 22 ਕੀ ਹੋਏਗਾ, ਇਹ ਲੌਂਗੈਸਟ ਡੇ ਹੋਏਗਾ। ਕਿੱਥੇ ਹੋਏਗਾ, ਸਦਰਨ ਹੈਮੀਸਫੇਅਰ ਦੇ ਵਿੱਚ, ਹੈ ਨਾ। ਇਹਦਾ ਮਤਲਬ ਕੀ ਹੈ ਕਿ ਜਿਹੜੀਆਂ ਸਨ ਦੀਆਂ ਰੇਜ਼ ਆ ਡਾਇਰੈਕਟਲੀ ਕਿੱਥੇ ਪੈ ਰਹੀਆਂ ਨੇ, ਉਹ ਸਦਰਨ ਟ੍ਰੋਪਿਕ ਆਫ ਕੈਪਰੀਕੌਨ ਦੇ ਉੱਪਰ ਪੈ ਰਹੀਆਂ ਨੇ, ਹੈ ਨਾ। ਅਗਰ ਇਹਦੇ ਉੱਪਰ ਪੈ ਰਹੀਆਂ ਤਾਂ ਇਹਦਾ ਮਤਲਬ ਇੱਥੇ ਸਮਰ ਹੋਏਗੀ, ਔਰ ਇੱਥੇ ਕੀ ਤੁਹਾਡੇ ਕੋਲ ਹੋਏਗੀ, ਵਿੰਟਰ ਹੋਏਗੀ। ਔਰ 22 ਦਸੰਬਰ ਨੂੰ ਅਗਰ ਤੁਸੀਂ ਦੇਖੋਗੇ ਤਾਂ ਜਿਹੜਾ ਹੈਗਾ ਇੱਥੇ ਸਦਰਨ ਹੈਮੀਸਫੇਅਰ ਦੇ ਵਿੱਚ ਲੌਂਗੈਸਟ ਡੇ ਹੋਏਗਾ, ਔਰ ਲੇਕਿਨ ਆਪਣੇ ਕੋਲ ਕੀ ਹੋਏਗਾ, ਇੱਥੇ ਸ਼ਾਰਟੈਸਟ ਡੇ ਹੋਏਗਾ, ਹੈ ਨਾ। ਤਾਂ ਇਹ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਲੈਣਾ ਹੈਗਾ। ਇਹ ਸਿਮਿਲਰਲੀ ਮੈਂ ਇੱਕ ਦੁਬਾਰਾ ਸੇਮ ਕੁਐਸਚਨ ਦੁਬਾਰਾ ਪਾਇਆ ਹੈਗਾ। ਹੁਣ ਇਹਦੇ 'ਚ ਆਪਾਂ ਪੁੱਛਿਆ ਕੀ ਸੀਗਾ, ਸਦਰਨ ਹੈਮੀਸਫੇਅਰ ਦੇ ਵਿੱਚ, ਔਰ ਦੂਸਰਾ ਤੁਹਾਡੇ ਕੋਲ ਕੀ ਹੈ, ਲੌਂਗੈਸਟ ਡੇ ਇਨ ਦਾ ਨਾਰਦਰਨ ਹੈਮੀਸਫੇਅਰ। ਹੁਣ ਆਪਾਂ ਕਿਹਦੀ ਗੱਲ ਕਰ ਰਹੇ ਹਾਂ, ਹੁਣ ਆਪਣੇ ਇੰਡੀਆ ਵਾਲੇ ਕੰਟੈਕਸਟ ਦੇ ਵਿੱਚ ਗੱਲ ਕਰ ਰਹੇ ਹਾਂ। ਤਾਂ ਉਸ ਕੇਸ ਦੇ ਵਿੱਚ ਜਿਹੜਾ ਆਨਸਰ ਤੁਹਾਡੇ ਕੋਲ ਆਏਗਾ ਉਹ ਕੀ ਆਏਗਾ, ਜੂਨ 21 ਕੀ ਹੈ, ਲੌਂਗੈਸਟ ਡੇ ਇਨ ਦਾ ਨਾਰਦਰਨ ਹੈਮੀਸਫੇਅਰ। ਠੀਕ ਹੈ, ਤਾਂ ਇਹਨਾਂ ਦੋਨਾਂ ਨੂੰ ਤੁਸੀਂ ਕੰਪੇਅਰ ਕਰ ਲੈਣਾ ਹੈਗਾ ਵੀ ਹੈ ਕੀ ਹੈ, ਸਦਰਨ ਹੈਮੀਸਫੇਅਰ ਪੁੱਛਿਆ ਗਿਆ ਜਾਂ ਨਾਰਦਰਨ ਹੈਮੀਸਫੇਅਰ ਪੁੱਛਿਆ ਗਿਆ। ਇੰਸਟੈਡ ਕਿ ਤੁਸੀਂ ਸਿਰਫ ਲੌਂਗੈਸਟ ਡੇ ਦੇਖੋ, ਔਰ ਲੌਂਗੈਸਟ ਡੇ ਦੇ ਕੇ ਜੂਨ 21 ਦੀ ਕਲਿੱਕ ਕਰ ਦੇਣਾ। ਸੋ ਜੂਨ 21 ਨਹੀਂ ਕਲਿੱਕ ਕਰਨਾ, ਚੈੱਕ ਕਰਨਾ ਕਿ ਨਾਰਦਰਨ ਹੈਮੀਸਫੇਅਰ ਪੁੱਛਿਆ ਗਿਆ ਜਾਂ ਸਦਰਨ ਹੈਮੀਸਫੇਅਰ ਪੁੱਛਿਆ ਗਿਆ।
ਕਲੀਅਰ। ਸੋ ਨੈਕਸਟ ਆਪਾਂ ਇਹਦੇ 'ਚ 44th ਕੁਐਸਚਨ ਤੁਹਾਡਾ ਹੋ ਗਿਆ ਹੈ। ਉਸ ਤੋਂ ਬਾਅਦ ਇਹਦੇ 'ਚ ਇੱਕ ਹੋਰ ਤੁਹਾਡੇ ਕੋਲ ਟਰਮ ਆ ਜਾਂਦੀ ਹੈ ਜਿਹਨੂੰ ਬੋਲਦੇ ਇਕੁਇਨੋਕਸ। ਦੇਖੋ ਨਾਰਥਰਨ ਹੈਮੀਸਫੇਅਰ ਦੇ ਵਿੱਚ ਜਿਹੜੀਆਂ ਰੇਜ਼ ਕਿਤੇ ਹੋਣਗੀਆਂ ਨੇ, ਟ੍ਰੋਪਿਕ ਆਫ ਕੈਂਸਰ ਦੇ ਉੱਪਰ ਹੋਣਗੀਆਂ ਸੂਰਜ ਦੀਆਂ। ਅਗਰ ਸਦਰਨ ਹੈਮੀਸਫੇਅਰ ਦੇ ਵਿੱਚ ਹੋਣਗੀਆਂ ਤਾਂ ਉਸ ਕੇਸ ਦੇ ਵਿੱਚ ਕੀ ਹੋਏਗਾ, ਜਿਹੜੀਆਂ ਰੇਜ਼ ਹੋਣੀਆਂ ਉਹ ਟ੍ਰੋਪਿਕ ਆਫ ਕੈਪਰੀਕੌਨ ਦੇ ਵਿੱਚ ਹੋਣਗੀਆਂ। ਸੋ ਇਹਦੇ 'ਚ ਕੀ ਹੈ, ਅਗਰ ਤੁਹਾਡੀਆਂ ਰੇਜ਼ ਪੈ ਰਹੀਆਂ ਨੇ ਇਕੁਏਟਰ ਦੇ ਵਿੱਚ, ਉਸ ਕੇਸ ਦੇ ਵਿੱਚ ਜਿਹੜੇ ਡੇਜ਼ ਐਂਡ ਜਿਹੜੇ ਹੈਗੇ ਆ ਨਾਈਟਸ ਤੁਹਾਡੀਆਂ ਉਹ ਬਿਲਕੁਲ ਇਕੁਅਲ ਹੋ ਜਾਣਗੀਆਂ। ਔਰ ਕੋਈ ਕਿਹੜੀ ਦੋਨੋਂ ਡੇਟਸ ਨੇ ਉਹ ਮਾਰਚ 21 ਐਂਡ ਸਤੰਬਰ 23 ਹੈ ਨਾ। ਇਹਨੂੰ ਆਪਾਂ ਟਰਮ ਕੀ ਬੋਲਦੇ ਹਾਂ, ਇਹਨੂੰ ਜਿਹੜੀ ਯੂਜ਼ ਕਰਦੇ ਹਾਂ ਇਹਦੇ ਲਈ ਉਹ ਬੋਲਦੇ ਹਾਂ ਇਕੁਇਨੋਕਸ। ਇਕੁਇਨੋਕਸਸ ਮਤਲਬ ਕੀ ਹੈ ਕਿ ਕਿਹੜੀ ਡੇਟਸ ਨੂੰ ਜਿਹੜੇ ਕਿ ਡੇ ਐਂਡ ਨਾਈਟ ਦੋਨੋਂ ਇਕੁਅਲ ਹੈ, ਉਹ ਕੀ ਹੋਊਗੇ ਮਾਰਚ 21 ਐਂਡ ਸਤੰਬਰ 23। ਇਹ ਦੋਨੋਂ ਤਿੰਨੋਂ ਤੁਹਾਡੇ ਕੁਐਸਚਨ ਬੇਸਿਕ ਕੁਐਸਚਨ ਨੇ, ਗਲਤੀ ਹੋਣ ਦੇ ਚਾਂਸਸ ਆ, ਤਾਂ ਹੀ ਮੈਂ ਇਹਦੇ ਵਿੱਚ ਜਿਹੜਾ ਅੱਜ ਇਹ ਡਿਸਕਸ ਕੀਤਾ ਗਿਆ ਕੁਐਸਚਨ। ਨੈਕਸਟ ਆਪਾਂ ਕਰਦੇ ਹਾਂ ਦ ਨੇਸ਼ਨਸ ਸੈਪਰੇਟਡ ਬਾਏ ਮੈਕਮੋਹਨ ਲਾਈਨ। ਹੁਣ ਦੇਖੋ ਕੁਝ ਬਾਉਂਡਰੀ ਲਾਈਨਸ ਨੇ, ਮੈਕਮੋਹਨ ਲਾਈਨ ਦੀ ਇਹ ਗੱਲ ਕਰ ਰਿਹਾ ਕਿ ਮੈਕਮੋਹਨ ਲਾਈਨ ਕਿਸ ਜਿਹੜੇ ਹੈਗੇ ਨੇਸ਼ਨ ਦੇ ਵਿੱਚ ਜਿਹੜੀ ਹੈਗੀ ਆ ਬਾਉਂਡਰੀ ਲਾਈਨ ਹੈ, ਉਹ ਤੁਹਾਡੀ ਆਪਣੀ ਹੈਗੀ ਹੈ ਇਹ ਚਾਈਨਾ ਐਂਡ ਇੰਡੀਆ। ਸੋ ਕਰੈਕਟ ਆਨਸਰ ਇਜ਼ ਸੀ, ਮੈਕਮੋਹਨ ਲਾਈਨ ਕਿਹੜੀ ਹੈਗੀ ਚਾਈਨਾ ਐਂਡ ਇੰਡੀਆ ਦੇ ਵਿੱਚ। ਹੁਣ ਅਗਰ ਤਾਂ ਇਹਦਾ ਮਤਲਬ ਅਗਰ ਚਾਈਨਾ ਐਂਡ ਇੰਡੀਆ ਪੁੱਛਿਆ ਗਿਆ ਤਾਂ ਇਹ ਪਾਕਿਸਤਾਨ ਐਂਡ ਅਫਗਾਨਿਸਤਾਨ ਵੀ ਪੁੱਛ ਸਕਦਾ ਹੈ। ਅਗਰ ਪਾਕਿਸਤਾਨ ਐਂਡ ਅਫਗਾਨਿਸਤਾਨ ਪੁੱਛਿਆ ਗਿਆ ਤਾਂ ਉਦੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਦਾ ਨਾਮ ਕੀ ਹੈ, ਦੁਰੰਡ ਲਾਈਨ ਹੈ ਨਾ। ਉਸ ਤੋਂ ਬਾਅਦ ਕੀ ਹੈ, ਅਗਰ ਪੁੱਛਿਆ US ਐਂਡ ਕੈਨੇਡਾ ਦਾ ਪੁੱਛਿਆ ਗਿਆ, ਇਹਦੀ ਜਿਹੜੀ ਡਿਵਾਈਡਿੰਗ ਬਾਉਂਡਰੀ ਲਾਈਨ ਹੈਗੀ ਹੈ ਉਹ ਕੀ ਹੈ ਤੁਹਾਡੇ ਕੋਲੇ 49th ਪੈਰਲਲ ਲਾਈਨ, ਠੀਕ ਹੈ। ਔਰ ਅਗਰ ਪਾਕਿਸਤਾਨ ਐਂਡ ਇੰਡੀਆ ਦੀ ਬਹੁਤ ਕਾਮਨ ਕੁਐਸਚਨ ਆ ਜਾਂਦਾ ਹੈਗਾ, ਇਹਨੂੰ ਕੀ ਬੋਲਦੇ ਆਪਾਂ ਰੈੱਡ ਕਲਿਫ ਲਾਈਨ। ਪਾਕਿਸਤਾਨ ਔਰ ਇੰਡੀਆ ਨੂੰ ਕੌਣ ਸੈਪਰੇਟ ਕਰਦਾ, ਰੈੱਡ ਕਲਿਫ ਲਾਈਨ। 49 ਕਿਸ ਦੇ ਵਿਚਕਾਰ ਹੈ, US ਐਂਡ ਕੈਨੇਡਾ ਦੇ ਵਿੱਚ। ਔਰ ਅਫਗਾਨਿਸਤਾਨ ਐਂਡ ਪਾਕਿਸਤਾਨ ਦੇ ਵਿੱਚ ਕੀ ਹੈ, ਦੁਰੰਡ ਲਾਈਨ। ਆਪਾਂ ਨੂੰ ਪੁੱਛਿਆ ਕੀ ਗਿਆ ਹੈ, ਮੈਕਮੋਹਨ ਲਾਈਨ। ਮੈਕਮੋਹਨ ਲਾਈਨ ਕਿੱਥੇ ਹੈ, ਚਾਈਨਾ ਐਂਡ ਇੰਡੀਆ ਦੇ ਵਿੱਚ। ਔਰ ਦੂਸਰਾ ਦੋਸਤੋ ਇਹ ਦੇਖ ਲੈਣਾ ਕਿ ਜਿਹੜਾ ਚਾਈਨਾ ਨੂੰ ਆਪਾਂ ਇੰਡੀਆ ਨਾਲ ਜੋ ਟੱਚ ਕਰਦਾ ਹੈਗਾ ਉਹ ਕਿਸ ਸਟੇਟ ਜਾਂ UT ਤੋਂ ਟੱਚ ਕਰਦਾ ਹੈਗਾ। ਉਹ ਟੋਟਲ ਆਪਣੇ ਕੋਲ 5 ਸਟੇਟ ਜਾਂ 5 UT ਨੂੰ ਆਪਾਂ ਕਾਊਂਟ ਕਰ ਲਈ, UT ਪਲੱਸ ਸਟੇਟ ਕਿਹੜੀਆਂ ਨੇ। ਇਹ ਪੁਰਾਣਾ ਮੈਪ ਆ ਕਿਉਂਕਿ ਹੁਣ ਇੱਥੇ ਕੀ ਬਣ ਗਿਆ, ਲਦਾਖ। ਪਹਿਲਾਂ ਲਦਾਖ ਆ ਗਿਆ, ਹਿਮਾਚਲ ਆ ਗਿਆ, ਉੱਤਰਾਖੰਡ ਆ ਗਿਆ, ਫਿਰ ਤੁਹਾਡੇ ਕੋਲ ਕੀ ਸਿੱਕਮ ਆ ਗਿਆ। ਸਿੱਕਮ ਤੋਂ ਬਾਅਦ ਸਿੱਕਮ, ਔਰ ਸਿੱਕਮ ਤੋਂ ਬਾਅਦ ਤੁਹਾਡੇ ਕੋਲ ਕੀ ਆ ਗਿਆ, ਅਰੁਣਾਚਲ ਪ੍ਰਦੇਸ਼ ਆ ਗਿਆ। ਤਾਂ ਜਿਹੜੇ ਚਾਈਨਾ ਨੂੰ ਇੰਡੀਆ ਦੇ ਨਾਲ ਜਿਹੜੀ ਬਾਉਂਡਰੀ ਟੱਚ ਕਰਦੀ ਹੈ ਉਹ ਇੱਕ UT ਹੋ ਗਈ, ਔਰ ਤੁਹਾਡੇ ਕੋਲ 4 ਕੀ ਹੋ ਗਈਆਂ ਸਟੇਟਸ। ਪਹਿਲੀ ਕੀ ਹੋ ਗਈ ਲਦਾਖ, ਫਿਰ ਹਿਮਾਚਲ ਪ੍ਰਦੇਸ਼, ਫਿਰ ਉੱਤਰਾਖੰਡ ਤੋਂ ਬਾਅਦ ਇੱਥੇ ਸਿੱਕਮ ਨੂੰ ਟੱਚ ਕਰਦਾ, ਔਰ ਇੱਥੇ ਕਿਹਨੂੰ ਟੱਚ ਕਰਦਾ ਇਹ ਅਰੁਣਾਚਲ ਪ੍ਰਦੇਸ਼ ਨੂੰ। ਤਾਂ ਚਾਈਨਾ ਨੂੰ ਜਿਹੜਾ ਸ਼ੇਅਰ ਕਰਦੇ ਆ 5 ਸਟੇਟਸ, ਮਤਲਬ 4 ਸਟੇਟਸ ਐਂਡ ਇੱਕ UT। ਅਗਰ ਤੁਹਾਨੂੰ ਪੁੱਛ ਲਿਆ ਨੇਪਾਲ ਦਾ ਪੁੱਛ ਲਿਆ, ਨੇਪਾਲ ਨੂੰ ਕਿੰਨੀਆਂ ਸਟੇਟਸ ਨਾਲ ਟੱਚ ਹੁੰਦਾ ਹੈ, ਤਾਂ ਦੇਖੋ ਇਹਨੂੰ ਨੇਪਾਲ ਵੀ ਚੈੱਕ ਕਰ ਲੈਂਦੇ ਨੇ ਆਪਾਂ। ਪਹਿਲੀ ਉੱਤਰਾਖੰਡ, ਦੂਸਰੀ UP ਉੱਤਰ ਪ੍ਰਦੇਸ਼, ਤੀਸਰੀ ਬਿਹਾਰ ਆ ਗਈ ਤੁਹਾਡੇ ਕੋਲੇ, ਔਰ ਬਿਹਾਰ ਤੋਂ ਬਾਅਦ ਜਿਹੜੀ ਹੈਗੀ ਹੈ ਤੁਹਾਡੇ ਕੋਲੇ ਆ ਗਈ ਸਿੱਕਮ ਆ ਗਈ ਹੈ। ਔਰ ਸਿੱਕਮ ਦੇ ਨਾਲ ਇਹ ਦੇਖੋ, ਜੇ ਇਹਨੂੰ ਦੇਖੋ ਤਾਂ ਵੈਸਟ ਬੰਗਾਲ ਵੀ ਤੁਹਾਡਾ ਉੱਪਰਲੀ ਸਾਈਡ ਚਲਿਆ ਗਿਆ। ਤਾਂ 5th one ਕੀ ਆ ਗਈ ਹੈ, ਵੈਸਟ ਬੰਗਾਲ ਆ ਗਈ ਹੈ। ਸੋ ਅਗਰ ਨੇਪਾਲ ਹੈ ਤਾਂ ਨੇਪਾਲ ਔਰ ਚਾਈਨਾ ਦੋਨਾਂ ਦੇ ਲਈ ਕੀ ਹੈ, 5 ਤੁਹਾਡੇ ਕੋਲ ਕੀ ਹੈ, ਨੇਪਾਲ ਲਈ 5 ਸਟੇਟਸ ਨੇ, ਔਰ ਚਾਈਨਾ ਦੇ ਲਈ ਇੱਕ UT ਹੈ, ਕਿਉਂਕਿ ਜੰਮੂ ਕਸ਼ਮੀਰ ਨੂੰ ਕੀ ਕਰ ਲਿਆ ਆਪਾਂ UT ਬਣਾ ਲਿਆ ਹੈ ਨਾ। ਇਹ UT ਕਿਹੜੀ ਹੋਏਗੀ ਇੱਥੇ, ਲਦਾਖ ਵਾਲੀ ਸਾਈਡ ਨੂੰ ਟੱਚ ਕਰਦਾ ਹੈਗਾ ਹੈ ਨਾ। ਲਦਾਖ ਹੋ ਗਿਆ ਔਰ 4 ਸਟੇਟਸ ਹੋ ਗਈਆਂ। ਸੋ ਇਹ ਵੀ ਕੁਐਸਚਨ ਤੁਸੀਂ ਆਪਣੇ ਮਾਈਂਡ ਦੇ ਵਿੱਚ ਇੱਦਾਂ ਦਾ ਕੁਐਸਚਨ ਵੀ ਜਿਹੜਾ ਹੈਗਾ ਕਿ ਫਰੇਮ ਹੋ ਸਕਦਾ ਹੈਗਾ। ਨੈਕਸਟ ਕੁਐਸਚਨ, ਵਿਚ ਸਟੇਟ ਹੈਜ਼ ਦਾ ਲਾਰਜੈਸਟ ਕੋਸਟ ਲਾਈਨ ਇਨ ਇੰਡੀਆ। ਦੇਖੋ ਇਹ ਆਪਾਂ ਕੁਐਸਚਨ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਜਿਹੜੀਆਂ ਕਿੰਨੀਆਂ ਸਟੇਟਸ ਜਿਹੜੀਆਂ ਹੈਗੀਆਂ ਕੋਸਟ ਲਾਈਨ, ਉਹ ਆਪਾਂ ਕੀਤਾ ਸੀਗਾ, ਉਹਦਾ ਨੰਬਰ ਸੀਗਾ 9। ਡਿਸਕਸ ਵੀ ਕੀਤੀਆਂ ਸੀਗੀਆਂ ਗੁਜਰਾਤ, ਮਹਾਰਾਸ਼ਟਰ, ਗੋਆ, ਕਰਨਾਟਕਾ, ਕੇਰਲਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ ਐਂਡ ਵੈਸਟ ਬੰਗਾਲ। ਇਹ ਟੋਟਲ ਤੁਹਾਡੀਆਂ 9 ਸਟੇਟਸ ਸੀਗੀਆਂ। ਬਟ ਹੁਣ ਕੁਐਸਚਨ ਕੀ ਹੈ, ਉਹਦੇ 'ਚ ਆਪਾਂ ਡਿਸਕਸ ਕਰਨ ਵਾਲੇ ਰਹਿ ਗਿਆ, ਇੰਪੋਰਟੈਂਟ ਕੁਐਸਚਨ ਹੈ ਕਿ ਜਿਹੜੀ ਲਾਰਜੈਸਟ ਕੋਸਟ ਲਾਈਨ ਹੈ ਉਹ ਕਿਸ ਸਟੇਟ ਨਾਲ ਸ਼ੇਅਰ ਕਰਦੇ ਆ। ਤਾਂ ਉਹ ਜਿਹੜੀ ਜ਼ਿਆਦਾ ਦਾ ਜਿਹੜਾ ਹੈਗਾ ਏਰੀਆ ਉਹ ਕਿਹੜਾ ਹੋਏਗਾ ਤੁਹਾਡੇ ਕੋਲੇ, ਗੁਜਰਾਤ। ਸੋ ਇਹਦਾ ਕਰੈਕਟ ਆਨਸਰ ਕੀ ਹੈ, B ਇਜ਼ ਦਾ ਕਰੈਕਟ ਆਨਸਰ। ਔਰ ਸੈਕਿੰਡ ਕਿਹੜੀ ਹੋਏਗੀ, ਸੈਕਿੰਡ ਲਾਰਜੈਸਟ ਕਿਹੜੀ ਹੈ ਆਪਣੇ ਕੋਲੇ, ਆਂਧਰਾ ਪ੍ਰਦੇਸ਼, ਇਹ ਵਾਲਾ ਏਰੀਆ ਸਾਰਾ, ਠੀਕ ਹੈ। ਸੋ ਇਹਦਾ ਜਿਹੜਾ 46th ਹੈ, ਇਹਦਾ ਜਿਹੜਾ ਕਰੈਕਟ ਆਨਸਰ ਹੈ B ਇਜ਼ ਦਾ ਕਰੈਕਟ ਆਨਸਰ। ਓਕੇ, ਹੁਣ ਥੋੜ੍ਹਾ ਜਿਹਾ ਆਪਾਂ ਜਿਹੜੀ ਇਕਨੋਮਿਕਸ ਵਾਲਾ ਹੈਗਾ ਉਹਦੇ ਆਪਾਂ ਟਰਮਸ ਦੇਖ ਲੈਂਦੇ ਹਾਂ, ਜਿਹੜੇ ਇੰਪੋਰਟੈਂਟ ਆਰਗੇਨਾਈਜੇਸ਼ਨਸ ਨੇ ਵਰਲਡ ਦੀਆਂ, ਇਹਨਾਂ ਨੂੰ ਆਪਾਂ ਡਿਸਕਸ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ
ਵਿਚ ਆਫ ਦਾ ਫੋਲੋਇੰਗ ਆਰਗੇਨਾਈਜੇਸ਼ਨ ਇਜ਼ ਦਾ ਓਲਡੈਸਟ, ਮਤਲਬ ਕੀ ਹੈ ਕਿ ਸਭ ਤੋਂ ਪਹਿਲਾਂ ਕਿਹੜੀ ਬਣੀ ਹੋਈ ਹੈ। ਤਾਂ ਇਹਦੇ ਲਈ ਆਪਾਂ ਨੂੰ ਇਹਨਾਂ ਦੇ ਜਿਹੜੇ ਸਾਲ ਯਾਦ ਰੱਖਣਾ ਪਏਗਾ। IMF 1945, 1948, ILO 1919 ਔਰ FAO ਕੀ ਹੈ, ਇਹ ਵੀ ਤੁਹਾਡੀ ਹੈਗੀ ਹੈ 16 ਅਕਤੂਬਰ 1945। ਅਗਰ ਸਭ ਤੋਂ ਪੁਰਾਣੀ ਦੇਖੀ ਜਾਏ ਤਾਂ ਸਭ ਤੋਂ ਪੁਰਾਣੀ ਤੁਹਾਡੇ ਕੋਲ ਕਿਹੜੀ ਹੈਗੀ ਆ, ILO ਦਾ ਕਰੈਕਟ ਆਨਸਰ ਆਪਣੇ ਕੋਲ ਕੀ ਹੋਏਗਾ, ਜਿਹੜਾ C ਕੀ ਹੋਏਗਾ, C ਇਜ਼ ਦਾ ਕਰੈਕਟ ਆਨਸਰ। ਲੇਕਿਨ ਸਿਰਫ ਇਹਨੂੰ ਦੋਸਤੋ ਇਸੇ ਚੀਜ਼ ਨੂੰ ਦੇਖ ਕੇ ਹੀ ਨਹੀਂ ਚੁੱਪ ਕਰ ਜਾਣਾ ਆਪਾਂ ਜਾਂ ਬੰਦ ਕਰ ਦੇਣਾ, ਇਹਦੇ ਨਾਲ ਹੋਰ ਕੀ ਇੰਪੋਰਟੈਂਟ ਹੈ, ਇਹਨਾਂ ਦੇ ਹੈੱਡਕੁਆਟਰ ਕਿੱਥੇ ਹੈ ਔਰ ਇਹਨਾਂ ਦੇ ਚੀਫ ਕਿੱਥੇ ਹੈ। ਸੋ ਨੈਕਸਟ ਤੁਹਾਡੀ ਕਨਵੀਨੀਅੰਸ ਦੇ ਲਈ ਤਾਂ ਕਿ ਤੁਹਾਨੂੰ ਜਿਹੜੀ ਹੈਗੇ ਇਹਨਾਂ ਦੇ ਕਲੀਅਰ ਹੋ ਜੇ, ਨੈਕਸਟ ਸਲਾਈਡ ਦੇ ਵਿੱਚ ਇਹਨਾਂ ਦੇ ਮੈਂ ਕੀ ਲਿਖਤਾ, ਇੱਕ ਤਾਂ ਜਿਹੜਾ ਐਸਟੈਬਲਿਸ਼ਮੈਂਟ ਈਅਰ ਲਿਖਤਾ ਹੈਗਾ 45, 48, 99, 1919 ਐਂਡ 16 ਅਕਤੂਬਰ 1945। 16 ਅਕਤੂਬਰ ਇਹ ਕਿਉਂ ਮੈਂ ਇੱਥੇ ਮੈਂਸ਼ਨ ਕੀਤਾ, ਇਹਨੂੰ ਆਪਾਂ ਬੋਲਦੇ ਹਾਂ ਵਰਲਡ ਫੂਡ ਡੇ, ਠੀਕ ਹੈ, 16 ਅਕਤੂਬਰ ਨੂੰ। ਹੁਣ ਇਹਦੇ 'ਚ ਦੇਖਦੇ ਹਾਂ IMF ਦਾ ਜਿਹੜਾ ਹੈੱਡਕੁਆਟਰ ਕਿੱਥੇ ਹੈ, ਵਾਸ਼ਿੰਗਟਨ DC ਦੇ ਵਿੱਚ ਹੈ। ਕੁਐਸਚਨ ਪੁੱਛਿਆ ਜਾ ਸਕਦਾ ਹੈ ਕਦੋਂ ਐਸਟੈਬਲਿਸ਼ ਹੋਈ ਸੀ, 1945 ਦੇ ਵਿੱਚ। ਔਰ ਜਿਹੜਾ ਇਹਨਾਂ ਦੇ ਚੀਫ ਹੈ ਉਹਦਾ ਨਾਮ ਬਹੁਤ ਇੰਪੋਰਟੈਂਟ ਹੈ, ਇਹ ਕਿ ਕ੍ਰਿਸਟਲੀਨਾ ਜੋਰਜੀਵੀਆ ਹੈ ਨਾ। ਤਾਂ ਇਹਨਾਂ ਜਿਹੜਾ ਹੈਗਾ ਇਹ ਚੀਫ ਦਾ ਨਾਮ ਯਾਦ ਰੱਖ ਲੈਣਾ ਹੈ। ਸਿਮਿਲਰਲੀ WHO ਵਰਲਡ ਹੈਲਥ ਆਰਗੇਨਾਈਜੇਸ਼ਨ ਵੈਰੀ ਇੰਪੋਰਟੈਂਟ, ਹੈੱਡਕੁਆਟਰ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿੱਥੇ ਹੈ, ਜਨੇਵਾ ਦੇ ਵਿੱਚ ਹੈ। ਔਰ ਜਿਹੜਾ ਇਹਨਾਂ ਦੇ ਕਿਉਂਕਿ ਆਪਣਾ ਕੋਵਿਡ ਆ ਕੇ ਗਿਆ ਹੈਗਾ ਤਾਂ ਇਹਨਾਂ ਜਿਹੜਾ ਚੀਫ ਪੁੱਛਣ ਦੇ 100% ਚਾਂਸਿਸ ਆ, ਤਾਂ ਉਹ ਕੀ ਹੈ ਤੁਹਾਡਾ ਟੈਡਰੋਸ ਹੈਗਾ, ਜਿਹੜਾ ਚੀਫ ਆਫ ਦਾ WHO ਆ। ਉਸ ਤੋਂ ਬਾਅਦ ILO ਜਿਹੜੀ ਹੈਗੇ ਇਹਦਾ ਜਿਹੜਾ ਹੈੱਡਕੁਆਟਰ ਪੁੱਛਿਆ ਜਾਂਦਾ ਹੈਗਾ ਕਿੱਥੇ ਹੈ, ਜਨੇਵਾ ਦੇ ਵਿੱਚ। ਔਰ ਦੂਸਰਾ ਇਹਦੇ 'ਚੋਂ ਐਸਟੈਬਲਿਸ਼ ਈਅਰ ਵੀ ਪੁੱਛਿਆ ਜਾਂਦਾ, ਇਹਦੇ ਚਾਂਸਿਸ ਚੀਫ ਦੇ ਘੱਟ ਆ, ਬਟ ਰੀਡ ਆਊਟ ਜ਼ਰੂਰ ਕਰ ਲਓ ਵੀ ਇਹਦਾ ਕੀ ਚੀਫ ਦਾ ਨਾਮ ਕੀ ਹੈ। ਫਿਰ ਹੈਗਾ ਫੂਡ FAO ਜਿਹੜੀ ਹੈਗੀ ਹੈ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ, ਕਦੋਂ ਬਣੀ ਸੀਗੀ ਤੁਹਾਡੇ ਕੋਲੇ, 1945 ਦੇ ਵਿੱਚ। ਔਰ 16 ਅਕਤੂਬਰ ਨੂੰ ਆਪਾਂ ਕੀ ਸੈਲੀਬ੍ਰੇਟ ਕਰਦੇ ਹਾਂ, ਵਰਲਡ ਫੂਡ ਡੇ। ਔਰ ਇਹਦਾ ਹੈੱਡਕੁਆਟਰ ਉਹ ਪੁੱਛਿਆ ਜਾਂਦਾ ਰੋਮ, ਇਟਲੀ ਦੇ ਵਿੱਚ, ਹੈ ਨਾ। ਰੋਟੀ ਤੋਂ ਆਪਾਂ ਯਾਦ ਰੱਖ ਲੈਂਦੇ ਸੀਗੇ, ਰੋਟੀ ਤੋਂ ਕੀ ਹੈ ਰੋਮ, ਔਰ ਇਹ ਫੂਡ ਦੀ ਗੱਲ ਕਰਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ, ਉਹ ਤੁਹਾਡਾ ਕੀ ਇਹਦਾ ਹੈੱਡਕੁਆਟਰ ਵੀ ਪੁੱਛਿਆ ਜਾਂਦਾ ਰੋਮ ਦੇ ਵਿੱਚ, ਹੈ ਨਾ। ਇਹ ਇਹਨਾਂ ਦੇ ਚੀਫ ਦਾ ਨਾਮ ਹੈ, ਇਹਨੂੰ ਇੱਕ ਵਾਰ ਗੋ ਥਰੂ ਯਾਦ ਕਰ ਹੁੰਦਾ ਗਿਆ ਤਾਂ ਠੀਕ ਹੈ, ਵਧੀਆ ਅੱਛੀ ਗੱਲ ਹੈ ਨਾ। ਬਟ ਇਹ ਕੀ ਹੈ, ਇਹਨਾਂ ਦੋਨਾਂ ਦੇ ਚੀਫ ਔਰ ਚਾਰਾਂ ਦੇ ਹੈੱਡਕੁਆਟਰ ਔਰ ਐਸਟੈਬਲਿਸ਼ਮੈਂਟ ਈਅਰ ਤਾਂ ਈਜ਼ੀ ਹੈ, ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈ। 245 ਇੱਕ ਤੁਹਾਡੀ ਹੈਗੀ ਇਹ ਹੈਗੀ ਫਸਟ ਵਰਲਡ ਵਾਰ ਤੋਂ ਬਾਅਦ, ਇਹ ਸੈਕਿੰਡ ਦੀ ਗੱਲ ਹੈ। ਇਹ 1948 ਆਪਣੀ ਆਜ਼ਾਦੀ ਤੋਂ ਬਾਅਦ ਵਾਲਾ ਦੇਖ ਲਓ WHO, ਕਲੀਅਰ। ਤਾਂ 47th ਦਾ ਆਈ ਥਿੰਕ ਤੁਹਾਨੂੰ ਜਿਹੜਾ ਆਨਸਰ ਹੈਗਾ ਉਹ ਪਤਾ ਲੱਗ ਗਿਆ ਕਿਹੜੀ ਓਲਡੈਸਟ ਕਿਹੜੀ ਆਪਣੇ ਕੋਲ, C ਇਜ਼ ਦਾ ਕਰੈਕਟ ਆਨਸਰ। ਨੈਕਸਟ ਆਪਣੇ ਕੋਲ ਆ ਗਿਆ ਵਿਚ ਆਫ ਦਾ ਦੀਸ country is not a permanent member of United Nation Security Council। ਦੇਖੋ ਜਿਹੜਾ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਹੈ ਨਾ, UN ਦੇ 6 ਆਰਗਨ ਨੇ ਆਪਣੇ ਕੋਲੇ, ਔਰ 6 ਦੇ ਵਿੱਚੋਂ ਇੱਕ ਜਿਹੜਾ ਮੇਨ ਪ੍ਰਿੰਸੀਪਲ 6 ਪ੍ਰਿੰਸੀਪਲ ਬਾਡੀਜ਼ ਦੇ ਵਿੱਚੋਂ ਕੀ ਆਪਣੇ ਕੋਲੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ, ਉਹਨਾਂ 6 ਦੇ ਵਿੱਚੋਂ ਇੱਕ ਆ। ਔਰ ਇਹਨੂੰ ਦੂਸਰਾ ਇਹਨੂੰ ਹੋਰ ਇਹਨਾਂ ਨਾਮ ਵੀ ਆਪਾਂ ਕਹਿ ਦਿੰਦੇ ਹਾਂ, ਇਹਨੂੰ ਇੱਕ ਬੋਲ ਦਿੰਦੇ ਪੁਲਿਸਮੈਨ ਆਫ ਦਾ ਵਰਲਡ, ਪੁਲਿਸਮੈਨ ਆਫ ਦਾ ਵਰਲਡ ਵੀ ਬੋਲ ਦਿੰਦੇ ਆ ਯੂਨਾਈਟਿਡ ਨੇਸ਼ਨਸ ਆਫ ਸਿਕਿਉਰਿਟੀ ਕਾਉਂਸਲ ਨੂੰ। ਹੁਣ ਦੇਖੋ ਇਹਦੇ ਮੈਂਬਰ ਕਿੰਨੇ ਹੁੰਦੇ ਆ ਟੋਟਲ ਦੋਸਤੋ, ਇਹਦੇ 15 ਮੈਂਬਰ ਹੁੰਦੇ ਆ। 15 ਦੇ ਵਿੱਚੋਂ ਜਿਹੜੇ ਹੈਗੇ 5 ਤਾਂ ਹੈਗੇ ਜਿਹੜੇ ਪਰਮਾਨੈਂਟ ਮੈਂਬਰ ਨੇ, ਔਰ ਜਿਹੜੇ 10 ਹੈਗੇ ਨੇ ਉਹ ਹੈਗੇ ਨੇ ਟੈਂਪਰੇਰੀ ਮੈਂਬਰ। ਹੁਣ 5 ਜਿਹੜੇ ਪਰਮਾਨੈਂਟ ਮੈਂਬਰ ਨੇ ਉਹਨਾਂ ਦੇ ਨਾਮ ਇੰਪੋਰਟੈਂਟ ਨੇ, ਔਰ ਉਹਨਾਂ 'ਚੋਂ ਪੁੱਛਿਆ ਗਿਆ ਕਿ ਕਿਹੜਾ ਨਹੀਂ ਹੈ। ਤਾਂ ਉਹਦੇ ਲਈ ਇੱਕ ਨਿਮੋਨਿਕ ਮੈਂ ਯੂਜ਼ ਕਰਦਾ ਹੁੰਦਾ ਸੀਗਾ, ਜਿਹਨੂੰ ਆਪਾਂ ਕਈ ਵਾਰ ਆਪਾਂ ਪੰਜਾਬੀ ਯੂਜ਼ ਕਰ ਲੈਂਦੇ ਹਾਂ, ਫੁਕਰਾ ਵਰਡ, ਹੈ ਨਾ। ਫੁਕਰਾ, ਫੁਕਰੇ ਦੇ ਵਿੱਚ ਕੀ ਹੈ, ਫਰਾਂਸ ਆ ਗਿਆ, UK ਆ ਗਿਆ, ਚਾਈਨਾ ਆ ਗਿਆ, ਰਸ਼ੀਆ ਆ ਗਿਆ, ਔਰ ਤੁਹਾਡੇ ਕੋਲ ਕੀ ਹੈ ਅਮਰੀਕਾ ਆ ਗਿਆ। ਸੋ ਚਾਈਨਾ ਹੈ, USA ਹੈ, ਅਮਰੀਕਾ ਨਾ, ਔਰ ਫਰਾਂਸ ਹੈ, ਔਰ ਉਸ ਤੋਂ ਬਾਅਦ ਆਪਣੇ ਕੋਲ ਕਿਹੜਾ ਸੀਗਾ UK ਹੈ, ਔਰ ਇੱਕ ਆਪਣੇ ਕੋਲ ਹੈਗਾ ਰਸ਼ੀਆ, ਹੈ ਨਾ। ਤਾਂ ਇਹਦੇ ਵਿੱਚ ਹੈ ਕਿਹੜਾ ਨਹੀਂ ਹੈ, ਇੰਡੀਆ ਨਹੀਂ ਹੈ। ਸੋ ਇਹਦਾ ਕਰੈਕਟ ਆਨਸਰ ਕੀ ਹੋਏਗਾ ਕਿ ਜਿਹੜਾ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਪਰਮਾਨੈਂਟ ਮੈਂਬਰ ਜਿਹੜੇ ਹੈਗੇ 5 ਆ, ਉਹਨਾਂ ਦੇ ਵਿੱਚੋਂ ਇਹ 'ਚ ਜਿਹੜੀ ਰੋਂਗ ਆਪਸ਼ਨ ਹੋਊਗੀ ਤੁਹਾਡੇ ਕੋਲ, ਇੰਡੀਆ ਇਜ਼ ਨਾਟ ਅ ਪਰਮਾਨੈਂਟ ਮੈਂਬਰ ਆਫ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕਾਉਂਸਲ। ਔਰ ਇਹਨਾਂ ਦੇ ਜਿਹੜੇ ਪਰਮਾਨੈਂਟ ਮੈਂਬਰ ਦਾ ਇਹਨਾਂ ਕੋਲ ਵੀਟੋ ਪਾਵਰ ਹੈ ਨਾ। ਵੀਟੋ ਪਾਵਰ ਦਾ ਮਤਲਬ ਕੀ ਹੈ ਕਿ ਅਗਰ ਕੋਈ ਕੰਮ ਦੇ ਲਈ ਯੈਸ ਕਰਾਉਣੀ ਹੈ ਤਾਂ 5 ਦੀ ਯੈਸ ਹੋਣੀ ਚਾਹੀਦੀ ਹੈ ਨਾ। ਅਗਰ ਇੱਕ ਵੀ ਇਹਨਾਂ 'ਚੋਂ ਨਾ ਕਰ ਰਿਹਾ ਹੈਗਾ ਤਾਂ ਉਹਨੂੰ ਜਿਹੜਾ ਹੈਗਾ ਉਹ ਤੁਹਾਡਾ ਜਿਹੜਾ ਕੰਮ ਹੈ ਜੋ ਉਹਨੂੰ ਅਪਰੂਵਲ ਨਹੀਂ ਮਿਲੇਗੀ ਕਿਸੇ ਵੀ, ਅਗਰ ਕੋਈ ਡਿਸੀਜਨ ਲੈਣਾ ਹੈਗਾ। ਔਰ ਦੂਸਰਾ ਹੈਗਾ ਕਿ ਜਿਹੜੇ ਨੋਨ ਪਰਮਾਨੈਂਟ ਮੈਂਬਰ ਆ, ਉਹ ਤੁਹਾਡੇ ਕੋਲ 10 ਨੋਨ ਪਰਮਾਨੈਂਟ ਮੈਂਬਰ ਨੇ, ਔਰ ਇਹ ਕਿੰਨੇ ਸਾਲ ਲਈ ਚੁਣੇ ਜਾਂਦੇ ਆ, 2 ਸਾਲਾਂ ਦੇ ਲਈ। ਟੈਨਿਓਰ ਕਿੰਨਾ ਹੋਏਗਾ, 2 ਸਾਲ ਦਾ।
ਲੇਕਿਨ ਜਿਹੜਾ ਇੰਡੀਆ ਹੈਗਾ, ਇੰਡੀਆ ਰੀਸੈਂਟਲੀ ਜਿਹੜਾ ਆਪਣੇ ਕੋਲ ਹੈਗਾ ਕਿ ਉਹ ਨੌਨ ਪਰਮਾਨੈਂਟ ਮੈਂਬਰ ਬਣਿਆ ਹੈਗਾ ਕਿਸ ਦਾ, ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ ਦਾ। ਸੋ ਇਸ ਚੀਜ਼ ਨੂੰ ਧਿਆਨ ਨਾਲ ਪੁੱਛਿਆ ਦੇਖ ਲੈਣਾ ਹੈਗਾ, ਐਗਜ਼ਾਮ ਦੇ ਵਿੱਚ ਕੁਐਸਚਨ ਆ ਸਕਦਾ ਕਿ ਪਰਮਾਨੈਂਟ ਪੁੱਛਿਆ ਹੈਗਾ ਜਾਂ ਨੌਨ ਪਰਮਾਨੈਂਟ ਪੁੱਛਿਆ। ਅਗਰ ਨੌਨ ਪਰਮਾਨੈਂਟ ਪੁੱਛਿਆ ਹੈਗਾ ਤਾਂ ਇੰਡੀਆ ਹੈਗਾ ਉਹ ਕੀ ਬਣਿਆ ਰੀਸੈਂਟਲੀ, ਨੌਨ ਪਰਮਾਨੈਂਟ ਮੈਂਬਰ ਬਣਿਆ ਹੈਗਾ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕਾਊਂਸਲ ਦਾ। ਇਹਦੇ ਨਾਲ 4 ਹੋਰ ਵੀ ਬਣੇ, ਟੋਟਲ 5 ਬਣੇ ਸੀਗੇ ਜਿਨ੍ਹਾਂ ਦਾ ਟੈਨਿਓਰ ਹੈਗਾ 2021 ਤੋਂ ਲੈ ਕੇ 22 'ਚ ਖਤਮ ਹੋ ਜਾਣਾ ਹੈਗਾ। ਔਰ ਇੱਕ ਇੰਡੀਆ ਹੈਗਾ, ਇੰਡੀਆ ਦੇ ਨਾਲ ਨਾਲ ਜਿਹੜੇ ਹੋਰ ਆਪਣੇ 4 ਕੰਟਰੀਜ਼ ਬਣੇ ਆ ਉਹ ਕਿਹੜੇ ਕਿਹੜੇ ਆ, ਇੱਕ ਹੈ ਆਇਰਲੈਂਡ ਔਰ ਦੂਸਰਾ ਹੈ ਕੀਨੀਆ, ਫਿਰ ਹੈ ਮੈਕਸੀਕੋ ਐਂਡ ਨਾਰਵੇ ਔਰ 5th ਵਨ ਤੁਹਾਡੇ ਕੋਲ ਕੀ ਹੈ ਇੰਡੀਆ। ਠੀਕ ਹੈ, ਇਹਨਾਂ ਤਿੰਨਾਂ ਦਾ ਟੈਨਿਓਰ ਜਿਹੜਾ ਹੈਗਾ 2021 'ਚ ਬਣੇ ਆ ਔਰ 2022 ਦੇ ਵਿੱਚ ਇਹਨਾਂ ਜਿਹੜਾ ਹੈਗਾ ਕਾਰਜਕਾਲ ਉਹ ਕੀ ਹੋ ਜਾਏਗਾ, ਖਤਮ ਹੋ ਜਾਏਗਾ। ਬਿਕੋਜ਼ ਜਿਹੜੇ ਟੈਂਪਰੇਰੀ ਮੈਂਬਰ ਆ ਉਹ ਬਣਦੇ ਕੀ ਹੈ 2 ਸਾਲ ਦੇ ਲਈ। ਸੋ ਇੰਡੀਆ ਕੀ ਹੈ, ਇੱਕ ਟੈਂਪਰੇਰੀ ਮੈਂਬਰ ਹੈ, ਨੌਨ ਪਰਮਾਨੈਂਟ ਮੈਂਬਰ ਹੈ, ਲੇਕਿਨ ਪਰਮਾਨੈਂਟ ਮੈਂਬਰ ਤੁਹਾਡੇ ਕੋਲ ਕਿਹੜੇ ਕਿਹੜੇ ਆ ਜਿਹੜੇ ਆਪਾਂ ਇਹ ਨਿਮੋਨਿਕ ਯੂਜ਼ ਕੀਤੇ ਫੋਕਰ ਆ, ਫਰਾਂਸ, UK, ਚਾਈਨਾ, ਰਸ਼ੀਆ ਐਂਡ ਅਮਰੀਕਾ। ਇਹਨੂੰ ਸੀ ਨੂੰ ਕੈਨੇਡਾ ਨਾ ਰੀਡ ਆਊਟ ਕਰ ਲਿਓ, ਚਾਈਨਾ ਰੀਡ ਆਊਟ ਕਰਨਾ ਹੈਗਾ। ਕਲੀਅਰ। ਸੋ ਇਹਦਾ ਜਿਹੜਾ ਕਰੈਕਟ ਆਂਸਰ ਹੈ ਇੰਡੀਆ ਇਜ਼ ਨਾਟ ਅ ਪਰਮਾਨੈਂਟ ਮੈਂਬਰ ਆਫ ਦਾ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕਾਊਂਸਲ। ਇੰਪੋਰਟੈਂਟ ਕੁਐਸਚਨ ਆ। ਉਸ ਤੋਂ ਬਾਅਦ ਦੋਸਤੋ ਆ ਗਿਆ ਆਪਣੇ ਕੋਲ ਬ੍ਰਿਕਸ ਆ ਗਿਆ ਹੈ ਨਾ, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਐਂਡ ਸਾਊਥ ਅਫਰੀਕਾ। ਇਹਨਾਂ ਨੇ ਇੱਕ ਬੈਂਕ ਬਣਾਇਆ ਸੀਗਾ NDB, ਨਿਊ ਡਿਵੈਲਪਮੈਂਟ ਬੈਂਕ। ਸੋ ਇਹਦਾ ਜਿਹੜਾ ਹੈਗਾ ਹੈੱਡਕੁਆਟਰ ਪੁੱਛਿਆ ਜਾ ਸਕਦਾ ਹੈਗਾ ਕਿੱਥੇ ਇਹਦਾ ਹੈੱਡਕੁਆਟਰ, ਇਹਦਾ ਹੈ ਜਿਹੜੀ ਚਾਈਨਾ ਦੀ ਕੈਪੀਟਲ ਹੈ ਸ਼ੰਘਾਈ, ਹੈ ਨਾ। ਤਾਂ ਇਹਦਾ ਜਿਹੜਾ ਹੈੱਡਕੁਆਟਰ ਹੈ ਉਹ ਕਿੱਥੇ ਹੈ, ਸ਼ੰਘਾਈ ਦੇ ਵਿੱਚ। ਔਰ ਦੂਸਰਾ ਜਿਹੜਾ NDB ਹੈ ਨਿਊ ਡਿਵੈਲਪਮੈਂਟ ਬੈਂਕ ਹੈ, ਇਹਦਾ ਨਾਲ ਤੁਹਾਨੂੰ ਪ੍ਰੈਜ਼ੀਡੈਂਟ ਵੀ ਪੁੱਛਿਆ ਜਾ ਸਕਦਾ ਹੈ। ਤਾਂ ਉਹ ਪ੍ਰੈਜ਼ੀਡੈਂਟ ਕੌਣ ਹੈਗਾ, ਮਾਰਕੋਸ ਪ੍ਰਾਡੋ। ਮਾਰਕਸ ਪ੍ਰਾਡੋ ਜਿਹੜਾ ਹੈਗਾ ਇਹਦਾ ਪ੍ਰੈਜ਼ੀਡੈਂਟ ਆਫ ਨਿਊ ਡਿਵੈਲਪਮੈਂਟ ਬੈਂਕ। ਔਰ ਕਿਹਦੇ ਨਾਲ ਐਸੋਸੀਏਟਡ ਹੈ, ਬ੍ਰਿਕਸ ਕੰਟਰੀਜ਼ ਦੇ ਨਾਲ। ਬ੍ਰਿਕਸ ਕੀ ਹੈ, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਐਂਡ ਸਾਊਥ ਅਫਰੀਕਾ। ਠੀਕ ਹੈ। ਉਸ ਤੋਂ ਬਾਅਦ ਕੀ ਹੈ, NDB ਦੇ ਨਾਲ ਇੱਕ ਹੋਰ ਬੈਂਕ ਵੀ ਆਪਣਾ ਇੰਪੋਰਟੈਂਟ ਹੁੰਦਾ ਹੈਗਾ ADB। ਔਰ ADB ਦਾ ਮਤਲਬ ਕੀ ਹੈ, ਏਸ਼ੀਅਨ ਡਿਵੈਲਪਮੈਂਟ ਬੈਂਕ। ਔਰ ਇਹਦਾ ਵੀ ਹੈੱਡਕੁਆਟਰ ਤੁਹਾਨੂੰ ਪੁੱਛਿਆ ਜਾਂਦਾ, ਹੈੱਡਕੁਆਟਰ ਇਹਦਾ ਕਿੱਥੇ ਹੈ, ਮੈਨੀਲਾ ਦੇ ਵਿੱਚ। ਔਰ ਮੈਨੀਲਾ ਜਿਹੜੀ ਹੈਗੀ ਕਿੱਥੋਂ ਦੀ ਹੈ, ਕੈਪੀਟਲ ਹੈ ਫਿਲੀਪੀਨ ਦੀ। ਫਿਲੀਪੀਨ ਦੀ ਕੈਪੀਟਲ ਮੈਨੀਲਾ ਦੇ ਵਿੱਚ ਕਿਸਦਾ ਹੈੱਡਕੁਆਟਰ ਹੈ, ਏਸ਼ੀਅਨ ਡਿਵੈਲਪਮੈਂਟ ਬੈਂਕ ਦਾ। ਅਗਰ ਨਿਊ ਡਿਵੈਲਪਮੈਂਟ ਬੈਂਕ ਦੇਖੋ ਕਾਮਨ ਜਿਹੇ ਨੇਮ ਲੱਗਦੇ ਆ ਔਰ ਆਪਸ਼ਨ 'ਚ ਤੁਹਾਨੂੰ ਦੋਨੋਂ ਆਪਸ਼ਨ ਹੋਣੀਆਂ, ਮੈਨੀਲਾ ਵੀ ਹੋਏਗੀ ਔਰ ਤੁਹਾਡੇ ਕੋਲ ਕੀ ਹੋਏਗੀ, ਸ਼ੰਘਾਈ ਵੀ ਹੋਏਗੀ। ਚੈੱਕ ਕਰਨਾ ਨਿਊ ਡਿਵੈਲਪਮੈਂਟ ਪੁੱਛਿਆ ਗਿਆ ਜਾਂ ਏਸ਼ੀਅਨ ਡਿਵੈਲਪਮੈਂਟ ਬੈਂਕ ਪੁੱਛਿਆ ਗਿਆ। ਸੋ ਇਹਦਾ ਕਿੱਥੇ ਹੈ, ਮੈਨੀਲਾ ਦੇ ਵਿੱਚ ਹੈ। ਔਰ ਕਿੱਥੋਂ ਦੀ ਕੈਪੀਟਲ ਹੈ, ਫਿਲੀਪੀਨ ਦੀ। ਇਹਦਾ ਕਿੱਥੇ ਹੈ, ਸ਼ੰਘਾਈ ਦੇ ਵਿੱਚ, ਚਾਈਨਾ ਦੀ ਫਿਰ ਕੈਪੀਟਲ ਹੈ। ਔਰ ਉਸ ਤੋਂ ਬਾਅਦ ਇਹਦਾ ਜਿਹੜਾ ਪ੍ਰੈਜ਼ੀਡੈਂਟ ਹੈ ਮਾਰਕੋਸ ਪ੍ਰਾਡੋ। ਫਿਰ ਇਹਦਾ ਵੀ ਜਿਹੜਾ ਹੈਗਾ ਪ੍ਰੈਜ਼ੀਡੈਂਟ ਪੁੱਛਿਆ ਜਾ ਸਕਦਾ। ਇਹਨਾਂ ਥੋੜ੍ਹਾ ਜਿਹਾ ਅਜੀਬ ਜਿਹਾ ਨਾਮ ਹੈ, ਮਸਟਸੂਗੂ ਅਸਕਾਵਾ। ਠੀਕ ਹੈ, ਤੈਨੂੰ ਅਸਕਾਵਾ ਦੇ ਨਾਲ ਥੋੜ੍ਹਾ ਈਜ਼ੀ ਇਹਨੂੰ ਪ੍ਰੋਨਾਊਂਸ ਕਰਨਾ ਔਰ ਯਾਦ ਰੱਖਣਾ। ਜਿਹੜਾ ਅਸਕਾਵਾ ਹੈਗਾ ਉਹ ਕਿਹਦਾ ਹੈਗਾ, ਤੁਹਾਡਾ ਏਸ਼ੀਅਨ ਡਿਵੈਲਪਮੈਂਟ ਬੈਂਕ ਦਾ ਪ੍ਰੈਜ਼ੀਡੈਂਟ ਹੈ। ਔਰ ਮਾਰਕਸ ਪ੍ਰਾਡੋ ਜਿਹੜਾ ਹੈਗਾ ਕਿਹਦਾ ਹੈਗਾ, ਨਿਊ ਡਿਵੈਲਪਮੈਂਟ ਬੈਂਕ ਦਾ ਜਿਹੜਾ ਹੈਗਾ ਪ੍ਰੈਜ਼ੀਡੈਂਟ ਹੈ। ਸੋ ਨੈਕਸਟ ਕੁਐਸਚਨ ਦੇਖਦੇ ਹਾਂ। ਅੱਗੇ ਇੱਕ ਟਰਮ ਯੂਜ਼ ਹੁੰਦੀ ਹੈ SDR। ਠੀਕ ਹੈ, ਇਕਨੋਮਿਕਸ ਦੇ ਵਿੱਚ ਜਦੋਂ ਆਪਾਂ ਡਿਟੇਲ 'ਚ ਕਿਤੇ ਪੜ੍ਹੀ, ਅਗਰ ਟਾਈਮ ਲੱਗਿਆ ਤਾਂ SDR ਟਰਮ ਯੂਜ਼ ਹੁੰਦੀ ਹੈ। ਜਿਹੜੀ ਸਪੈਸ਼ਲ ਡਰਾਇੰਗ ਰਾਈਟਸ ਹੈ ਇਹ ਕਿਹਨੇ ਬਣਾਈ ਹੈ, ਕਿਹਦੇ ਲਈ ਟਰਮ ਯੂਜ਼ ਹੁੰਦੀ ਹੈ, IMF। ਔਰ IMF ਤੁਹਾਨੂੰ ਕੀ ਦਿੰਦਾ ਹੈ, ਸਿਰਫ ਆਪਣੇ ਮੈਂਬਰ ਕੰਟਰੀਜ਼ ਨੂੰ ਕੀ ਦਿੰਦਾ ਹੈਗਾ, ਸ਼ਾਰਟ ਟਰਮ ਲੋਨ ਦਿੰਦਾ ਹੈਗਾ, ਜਿਨ੍ਹਾਂ ਦਾ ਕੀ ਜਿਹੜਾ ਬੈਲੈਂਸ ਆਫ ਪੇਮੈਂਟ ਜਿਹੜਾ ਮਤਲਬ ਕਹਿਣ ਦਾ ਮਤਲਬ ਕੀ ਹੈ, ਉਹਨਾਂ ਦੀ ਜਿਹੜੀਆਂ ਲਾਇਬਿਲਿਟੀਜ਼ ਵੱਧ ਗਈਆਂ ਨੇ, ਇਨਕਮ ਘੱਟ ਹੋ ਰਹੀ ਹੈ ਔਰ ਖਰਚਾ ਜਿਹੜਾ ਜ਼ਿਆਦਾ ਹੋ ਰਿਹਾ ਹੈਗਾ, ਉਹਨਾਂ ਮੈਂਬਰ ਕੰਟਰੀਜ਼ ਨੂੰ ਅਗਰ ਜਿਹੜਾ ਲੋਨ ਦਿੰਦਾ ਹੈਗਾ ਉਹ ਕੀ ਦਿੰਦਾ ਹੈਗਾ, IMF। ਔਰ IMF ਨੇ ਇੱਕ ਆਪਣੀ ਸਪੈਸ਼ਲ ਕਰੰਸੀ ਬਣਾਈ ਹੋਈ ਹੈ ਜਿਹਨੂੰ ਕੀ ਬੋਲਦੇ ਆ ਸਪੈਸ਼ਲ ਡਰਾਇੰਗ ਰਾਈਟਸ SDR। ਸੋ ਇਹਦਾ ਜਿਹੜਾ ਇਜ਼ ਕ੍ਰੀਏਟਡ ਬਾਈ IMF। ਔਰ ਦੂਸਰਾ ਇਹਦੇ 'ਚ ਯਾਦ ਰੱਖ ਲੈਣਾ ਹੈਗਾ ਵਰਲਡ ਬੈਂਕ। ਔਰ ਜਿਹੜਾ ਵਰਲਡ ਬੈਂਕ ਦਾ ਹੈਗਾ IMF ਦਾ ਆਈ ਥਿੰਕ ਆਪਾਂ ਪਹਿਲਾਂ ਹੈੱਡਕੁਆਟਰ ਦਾ ਦੇਖ ਲਿਆ ਵਾਸ਼ਿੰਗਟਨ DC ਦੇ ਵਿੱਚ। ਵਰਲਡ ਬੈਂਕ ਜਿਹੜਾ ਹੈਗਾ, ਵਰਲਡ ਬੈਂਕ ਦਾ ਵੀ ਜਿਹੜਾ ਤੁਸੀਂ ਅਗਰ ਦੇਖੋਗੇ ਤਾਂ ਜਿਹੜਾ ਪ੍ਰੈਜ਼ੀਡੈਂਟ ਆਫ ਵਰਲਡ ਬੈਂਕ ਆ, ਠੀਕ ਹੈ, ਇਹ ਵੀ ਤੁਸੀਂ ਯਾਦ ਰੱਖ ਲੈਣਗੇ ਡੇਵਿਡ ਮਾਲਪਾਸ। ਵਰਲਡ ਬੈਂਕ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਕੌਣ ਹੈ, ਡੇਵਿਡ ਮਾਲਪਾਸ। ਇਹ ਵੀ ਇੰਪੋਰਟੈਂਟ ਤੁਹਾਡਾ ਕੁਐਸਚਨ ਬਣਦਾ ਹੈ। ਇਹ ਵਰਲਡ ਬੈਂਕ ਬੇਸਿਕਲੀ ਲੌਂਗ ਟਰਮ ਲੋਨਸ ਦਿੰਦਾ ਔਰ ਜਿਹੜਾ IMF ਹੈ ਤੁਹਾਡਾ ਮੈਂਬਰ ਕੰਟਰੀਜ਼ ਨੂੰ ਸ਼ਾਰਟ ਟਰਮ ਲੋਨ ਪ੍ਰੋਵਾਈਡ ਕਰਦਾ ਹੈ। ਕਿਹੜੀ ਮੈਂਬਰ ਕੰਟਰੀਜ਼, ਜਿਨ੍ਹਾਂ ਦਾ ਬੈਲੈਂਸ ਆਫ ਪੇਮੈਂਟ ਜਿਹੜਾ ਉਹ ਕ੍ਰਾਈਸਿਸ ਦੇ ਵਿੱਚ ਜਾਂਦੇ ਆ, ਮਤਲਬ ਜਿਨ੍ਹਾਂ ਦੀ ਆਮਦਨ ਘੱਟ ਹੈ ਲੇਕਿਨ ਖਰਚਾ ਉਹ ਜ਼ਿਆਦਾ ਕਰੀ ਬੈਠੇ ਆ। ਕਲੀਅਰ। ਸੋ ਇਹਦਾ ਜਿਹੜਾ ਕਰੈਕਟ ਆਂਸਰ ਜਿਹੜਾ SDR ਕਿਹਦੇ ਨਾਲ ਰਿਲੇਟਡ ਹੈ, IMF ਦੇ ਨਾਲ।
ਉਸ ਤੋਂ ਬਾਅਦ ਦ ਮੋਸਟ ਇੰਪੋਰਟੈਂਟ ਅਗਰ ਮੈਂ ਇਹਨੂੰ ਬੋਲਾਂ ਜਿਹੜਾ ਹਿਊਮਨ ਡਿਵੈਲਪਮੈਂਟ ਇੰਡੈਕਸ ਜਿਹੜਾ ਹੈਗਾ ਇਹ ਰਿਪੋਰਟ ਜਿਹੜਾ ਕੌਣ ਦਿੰਦਾ ਹੈਗਾ, ਕੌਣ ਰਿਪਰੈਜ਼ੈਂਟ ਕਰਦਾ, ਇਹ ਕਿਹਦੇ ਨਾਲ ਹੁੰਦੀ ਹੈ, ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ UNDP ਹੈ ਨਾ। ਔਰ ਇਹ ਇੰਡੈਕਸ ਕੌਣ ਦਿੰਦਾ, ਜਿਹੜਾ HDI ਇੰਡੈਕਸ ਹੈ ਉਹ ਕੌਣ ਦਿੰਦਾ ਹੈਗਾ, ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ। ਔਰ ਅਗਰ ਆਪਣਾ ਦੇਖਿਆ ਜਾਵੇ ਐਟ ਪ੍ਰੈਜ਼ੈਂਟ ਜਿਹੜਾ ਹੈਗਾ ਇੰਡੀਆ ਦਾ ਕਿੰਨਾ ਰੈਂਕ ਆਇਆ, 131। HDI ਰੈਂਕ ਇੰਡੀਆ ਦਾ ਕੀ ਹੈ, 131। ਇਹ ਵੀ ਤੁਹਾਡਾ ਕੁਆਇਟ ਇੰਪੋਰਟੈਂਟ ਹੈ, ਇਹ ਵੀ ਤੁਹਾਨੂੰ ਐਗਜ਼ਾਮ ਦੇ ਵਿੱਚ ਜਿਹੜਾ ਹੈਗਾ ਕਿ ਪੁੱਛਿਆ ਜਾ ਸਕਦਾ ਹੈ। ਉਸ ਤੋਂ ਬਾਅਦ ਨੈਕਸਟ ਕੀ ਹੈ, ਸਿਮਿਲਰਲੀ ਅਗਲੀ ਰਿਪੋਰਟ ਆ ਗਈ ਤੁਹਾਡੇ ਕੋਲ ਵਰਲਡ ਇਕਨੋਮਿਕ ਆਊਟਲੁੱਕ ਰਿਪੋਰਟ ਇਜ਼ ਪਬਲਿਸ਼ਡ ਬਾਈ, ਸੋ ਇਹਨੂੰ ਕੌਣ ਪਬਲਿਸ਼ ਕਰਦਾ ਹੈਗਾ, ਜਿਹੜਾ ਤੁਹਾਡਾ IMF ਹੈ ਨਾ। ਇਹਦਾ ਜਿਹੜਾ ਕਰੈਕਟ ਆਨਸਰ ਇਜ਼ ਦਾ IMF। ਉਸ ਤੋਂ ਬਾਅਦ ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਵਰਲਡ ਬੈਂਕ ਐਂਡ RBI ਹੈ ਨਾ, ਇਹ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਸਾਰੇ। ਉਸ ਤੋਂ ਬਾਅਦ ਵਿੱਚ ਆਫ ਦਾ ਫੋਲੋਇੰਗ ਹਿਸਟਰੀ ਦੇ ਥੋੜ੍ਹੇ ਜਿਹੇ ਕੁਐਸਚਨ ਹੈ, ਥੋੜ੍ਹੇ ਨਹੀਂ, ਬੇਸਿਕਲੀ 2 ਜਾਂ 3 ਕੁਐਸਚਨ ਹੈ, ਲੇਕਿਨ 2 ਜਾਂ 3 ਦੇ ਵਿੱਚੋਂ ਆਪਾਂ ਕਾਫੀ ਪੁਆਇੰਟ ਕਲੀਅਰ ਕਰ ਲੈਣੇ ਆ। ਹੂ ਆਫ ਦਾ ਫੋਲੋਇੰਗ ਵਾਜ਼ ਦਾ ਫਸਟ ਮੁਸਲਿਮ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ। ਦੇਖੋ ਇੰਡੀਅਨ ਨੈਸ਼ਨਲ ਕਾਂਗਰਸ ਤੁਹਾਨੂੰ ਪਤਾ ਕਦੋਂ ਬਣੀ ਸੀਗੀ, 1885 ਦੇ ਵਿੱਚ। ਔਰ ਉਸ ਟਾਈਮ 'ਤੇ ਜਿਹੜਾ ਵਾਇਸਰਾਏ ਕੌਣ ਸੀਗਾ, ਉਹ ਤੁਹਾਡੇ ਕੋਲੇ ਵਾਇਸਰਾਏ ਸੀਗਾ ਜਿਹੜਾ, ਉਹ ਨੈਕਸਟ ਕੁਐਸਚਨ ਦੇ ਵਿੱਚ ਆਪਾਂ ਉਹਨੂੰ ਡਿਸਕਸ ਕਰ ਲਾਂਗੇ। ਡਫਰਿਨ ਵਾਜ਼ ਦਾ ਵਾਇਸਰਾਏ ਜਦੋਂ ਆਪਣੇ ਕੋਲ ਸੀਗੀ 1885 ਦੇ ਵਿੱਚ ਇਹ INC ਬਣੀ ਸੀ, ਇੰਡੀਅਨ ਨੈਸ਼ਨਲ ਕਾਂਗਰਸ। ਹੁਣ ਆਪਾਂ ਨੂੰ ਪੁੱਛਿਆ ਕੀ ਹੈਗਾ, ਫਸਟ ਮੁਸਲਿਮ ਪ੍ਰੈਜ਼ੀਡੈਂਟ। ਫਸਟ ਮੁਸਲਿਮ ਪ੍ਰੈਜ਼ੀਡੈਂਟ ਅਗਰ ਪੁੱਛਿਆ ਗਿਆ ਤਾਂ ਉਹਦਾ ਆਨਸਰ ਕੀ ਆਪਣੇ ਕੋਲ ਹੈ, ਬਦਰੁਦੀਨ ਤਾਇਬ ਜੀ। ਬਦਰੁਦੀਨ ਤਾਇਬ ਜੀ ਇਜ਼ ਦਾ ਫਸਟ ਮੁਸਲਿਮ ਪ੍ਰੈਜ਼ੀਡੈਂਟ ਆਫ INC ਹੈ ਨਾ। ਹੁਣ ਇਹ ਨਾਲ ਇਹਦੇ ਇਕੱਲਾ ਇਹੀ ਨਹੀਂ ਯਾਦ ਰੱਖਣਾ ਹੈਗਾ, ਇਹਦੇ ਨਾਲ ਜਿਹੜਾ ਬਦਰੁਦੀਨ ਤਾਇਬ ਜੀ ਜਿਹੜਾ ਬਣਿਆ ਸੀਗਾ, ਇਹ ਆਪਾਂ ਧਿਆਨ ਰੱਖਣਾ ਹੈਗਾ ਵੀ ਇਹ ਬਣਿਆ ਕਿਸ ਸੈਸ਼ਨ ਦੀ ਗੱਲ ਕਰ ਰਹੇ ਹਾਂ। ਤਾਂ ਇੱਕ ਸੈਸ਼ਨ ਹੋਇਆ ਸੀਗਾ, 3rd ਸੈਸ਼ਨ ਹੋਇਆ, ਔਰ ਹੋਇਆ ਕਦੋਂ ਸੀਗਾ, 1887 ਦੇ ਵਿੱਚ। ਔਰ ਕਿੱਥੇ ਹੋਇਆ ਸੀਗਾ, ਮਦਰਾਸ ਦੇ ਵਿੱਚ। ਠੀਕ ਹੈ, ਇਹਨੂੰ ਐਂ ਯਾਦ ਰੱਖਣਾ, ਜਿਹੜਾ ਮਦਰਾਸ ਔਰ ਮੁਸਲਿਮ है ना, मुस्लिम एम ਨੂੰ एम ਨਾਲ ਕੰਪੇਅਰ ਕਰ ਲੈਣਾ ਇਨ ਕੇਸ ਕਨਫਿਊਜ਼ਨ ਹੁੰਦੀ ਆ। ਅਗਰ ਤੁਹਾਨੂੰ ਡਾਇਰੈਕਟਲੀ ਯਾਦ ਹੈ ਤਾਂ ਬਹੁਤ ਅੱਛੀ ਗੱਲ ਹੈ ਨਾ। ਔਰ ਪੇਪਰ ਇਹ ਜਿਹੜੇ ਕੁਐਸਚਨ ਡਿਸਕਸ ਕਰ ਰਹੇ ਹਾਂ ਤੁਹਾਡੀ ਰਿਵੀਜ਼ਨ ਦੇ ਲਈ ਕਰ ਰਹੇ ਹਾਂ ਕਿ ਤੁਹਾਨੂੰ ਯਾਦ ਹੈ ਵੀ ਇਹ ਜਾਂ ਨਹੀਂ ਹੈ। ਉਸ ਤੋਂ ਬਾਅਦ WC ਬੈਨਰਜੀ ਹੈ, ਇਹ ਸੀਗਾ ਜਿਹੜਾ ਫਸਟ ਸੈਸ਼ਨ ਹੋਇਆ ਸੀਗਾ, ਉਹ ਕਦੋਂ ਹੋਇਆ ਸੀਗਾ, ਸੇਮ ਈਅਰ ਦੇ ਵਿੱਚ ਜਦੋਂ ਇਹ ਬਣੀ ਸੀਗੀ 1885 ਦੇ ਵਿੱਚ। ਕਿੱਥੇ ਹੋਇਆ ਸੀਗਾ, B ਫॉर ਬੈਨਰਜੀ ਐਂਡ B ਫॉर ਬੰਬੇ। ਪਲਾਨ ਪਹਿਲੇ ਕੀਤਾ ਸੀਗਾ ਪੂਨਾ ਦੇ ਵਿੱਚ, ਪੂਨਾ ਦੇ ਵਿੱਚ ਹੈਜ਼ਾ ਫੈਲ ਗਿਆ ਸੀਗਾ, ਤਾਂ ਅਲਟੀਮੇਟਲੀ ਹੋਇਆ ਕਿੱਥੇ ਸੀਗਾ, ਇਹ ਬੰਬੇ ਦੇ ਵਿੱਚ। ਉਸ ਤੋਂ ਬਾਅਦ ਹੈਗਾ ਕਿ ਜਾਰਜ ਯੂਲ, ਇਹ ਆਪਣਾ ਕੀ ਸੀਗਾ, ਜਿਹੜਾ ਅੰਗਰੇਜ਼ ਪਹਿਲਾ ਅਗਰ ਅੰਗਰੇਜ਼ ਬਣਿਆ ਸੀਗਾ ਜਿਹੜਾ ਪ੍ਰੈਜ਼ੀਡੈਂਟ ਆਫ INC, ਉਹ ਕੌਣ ਬਣਿਆ ਸੀਗਾ, ਜਾਰਜ ਯੂਲ। ਔਰ ਕਿਹੜੀ ਇਹ ਕਦੋਂ ਬਣਿਆ ਸੀਗਾ, ਇਹ ਜਿਹੜੀ ਇਹਦੀ ਸੈਕਿੰਡ ਹੋਈ ਸੀਗੀ ਕਾਨਫਰੰਸ ਹੈ ਨਾ, ਸੈਕਿੰਡ ਸੈਸ਼ਨ ਦੇ ਵਿੱਚ ਜਾਰਜ ਯੂਲ। ਔਰ ਬਣਿਆ ਕਿਤੇ ਅੰਗਰੇਜ਼, ਅੰਗਰੇਜ਼ ਨੂੰ ਆਪਾਂ ਕੀ ਯਾਦ ਰੱਖ ਲੈਂਦੇ ਹਾਂ, ਅਹਿਮਦਾਬਾਦ। ਅਹਿਮਦਾਬਾਦ ਦੇ ਵਿੱਚ ਵੀ ਬਣਿਆ ਸੀਗਾ ਜਾਰਜ ਯੂਲ ਸੈਕਿੰਡ ਦੇ ਵਿੱਚ। ਬੰਬੇ W ਬੈਨਰਜੀ ਫਸਟ ਸੈਸ਼ਨ 1885। ਔਰ ਜਿਹੜਾ ਮੁਸਲਿਮ ਸੀਗਾ ਉਹ ਮਦਰਾਸ ਵਾਲਾ ਜਿਹੜਾ ਸੈਸ਼ਨ ਸੀਗਾ ਕਦੋਂ ਹੋਇਆ ਸੀਗਾ, 1887। ਔਰ ਕਿਹੜਾ ਸੈਸ਼ਨ ਸੀਗਾ, 3rd ਸੈਸ਼ਨ। ਉਸ ਤੋਂ ਬਾਅਦ ਇਹ ਤੁਹਾਡੇ ਕੋਲ ਐਨੀ ਬਸੰਤ ਆ ਗਈ ਹੈ। ਐਨੀ ਬਸੰਤ ਵੀ ਤੁਹਾਡੇ ਕੋਲ ਕੁਐਸਚਨ ਕਈ ਵਾਰ ਐਗਜ਼ਾਮ ਦੇ ਵਿੱਚ ਆ ਜਾਂਦਾ ਕਿ ਫਸਟ ਲੇਡੀ ਕਿਹੜੀ ਬਣੀ ਸੀਗੀ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ, ਤਾਂ ਉਹ ਤੁਹਾਡੇ ਕੋਲ ਕੌਣ ਹੈ, ਉਹ ਹੈ ਐਨੀ ਬਸੰਤ। ਔਰ ਕਦੋਂ ਬਣੀ ਹੈ ਇਹ, 1917 ਦੇ ਵਿੱਚ। ਕਲੀਅਰ। ਅਗਰ ਤੁਹਾਡੇ ਕੋਲ ਕੁਐਸਚਨ ਆ ਜਾਂਦਾ ਹੈਗਾ ਕਿ ਫਸਟ ਇੰਡੀਅਨ ਲੇਡੀ ਕਿਹੜੀ ਬਣੀ ਹੈ INC ਦੀ, ਤਾਂ ਉਹਦਾ ਇਹ ਤਾਂ ਰਸ਼ੀਅਨ ਦਾ ਸੀਗੀ ਨਾ। ਉਸ ਤੋਂ ਬਾਅਦ ਇੰਡੀਅਨ ਅਗਰ ਪੁੱਛਿਆ ਜਾਂਦਾ ਹੈ ਤਾਂ ਉਹ ਤੁਹਾਡੇ ਕੋਲ ਹੈ ਸਰੋਜਨੀ ਨਾਇਡੂ। ਔਰ ਕਦੋਂ ਬਣੀ ਸੀਗੀ ਤੁਹਾਡੇ ਕੋਲੇ, 1925 ਦੇ ਵਿੱਚ ਹੋਇਆ ਸੀਗਾ ਸੈਸ਼ਨ, ਕਾਨਪੁਰ ਸੈਸ਼ਨ। ਠੀਕ ਹੈ, ਇਹ ਵੀ ਕੁਐਸਚਨ ਆ ਸਕਦਾ ਹੈ। ਫਿਰ ਹੋ ਸਕਦਾ ਕਿ ਮਹਾਤਮਾ ਗਾਂਧੀ ਕਦੋਂ ਬਣਿਆ ਸੀਗਾ ਪ੍ਰੈਜ਼ੀਡੈਂਟ ਆਫ INC, ਤਾਂ ਉਹ ਵੀ ਤੁਸੀਂ ਯਾਦ ਰੱਖ ਲੈਣਾ ਕਿ 1924 ਦੇ ਵਿੱਚ ਸੈਸ਼ਨ ਹੋਇਆ ਸੀਗਾ, ਬੇਲਗਾਉਂ ਸੈਸ਼ਨ ਹੈ ਨਾ। ਫਿਰ ਜਵਾਹਰ ਲਾਲ ਨਹਿਰੂ ਕਦੋਂ ਬਣਿਆ ਸੀਗਾ, ਜਵਾਹਰ ਲਾਲ ਨਹਿਰੂ, ਇਹ ਤਾਂ ਕਾਫੀ ਬੱਚਿਆਂ ਨੂੰ ਪਤਾ ਹੈਗਾ, 1929 ਦੇ ਵਿੱਚ ਲਾਹੌਰ ਸੈਸ਼ਨ ਹੋਇਆ ਸੀਗਾ ਜਦੋਂ ਪੂਰਨ ਸਵਰਾਜ ਦੀ ਗੱਲ ਕੀਤੀ ਸੀਗੀ। ਠੀਕ ਹੈ, 1929 ਵਿੱਚ। ਔਰ ਇੱਕ ਤੁਹਾਡੇ ਕੋਲ ਆ ਜਾਂਦਾ ਸੁਭਾਸ਼ ਚੰਦਰ ਬੋਸ ਕਦੋਂ ਬਣੇ ਸੀਗੇ, ਸੁਭਾਸ਼ ਚੰਦਰ ਬੋਸ ਕਦੋਂ ਬਣੇ ਸੀਗੇ, ਇਹ 1938 ਦੇ ਵਿੱਚ ਹਰੀਪੁਰਾ ਸੈਸ਼ਨ। ਠੀਕ ਹੈ, ਤਾਂ ਇਹ INC ਦੇ ਰਿਲੇਟਡ ਜਿਹੜਾ ਹੈਗਾ ਇੰਪੋਰਟੈਂਟ ਆਪਾਂ ਕੁਛ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲਾ ਸੈਸ਼ਨ ਕਦੋਂ ਹੋਇਆ ਸੀਗਾ, 1885 ਦੇ ਵਿੱਚ। ਕੌਣ ਸੀ ਪ੍ਰੈਜ਼ੀਡੈਂਟ, WC ਬੈਨਰਜੀ। ਕਿੱਥੇ ਹੋਇਆ, ਬੰਬੇ ਦੇ ਵਿੱਚ। ਸੈਕਿੰਡ ਸੈਸ਼ਨ ਦੇ ਵਿੱਚ ਜਿਹੜਾ ਪਹਿਲਾ ਅੰਗਰੇਜ਼ ਆਇਆ ਜਾਰਜ ਯੂਲ, ਔਰ ਕਿੱਥੇ ਹੋਇਆ, ਅਹਿਮਦਾਬਾਦ ਦੇ ਵਿੱਚ। ਔਰ 3rd ਤੁਹਾਡੇ ਕੋਲ ਸੀਗਾ ਮੁਸਲਿਮ ਆ ਗਿਆ ਸੀਗਾ, ਬਦਰੁਦੀਨ ਤਾਇਬ ਜੀ 1887 ਦੇ ਵਿੱਚ। ਇਹ ਤਿੰਨੇ ਹੋ ਗਏ। ਫਸਟ ਲੇਡੀ ਕਦੋਂ ਬਣੀ ਹੈ, ਐਨੀ ਬਸੰਤ 1917। ਫਸਟ ਇੰਡੀਅਨ ਲੇਡੀ 1925। ਕਾਨਪੁਰ ਸੈਸ਼ਨ ਸਰੋਜਨੀ ਨਾਇਡੂ ਦਾ ਸੀਗਾ ਜਿਹੜਾ ਨਾਮ ਸੀਗਾ
है ना। उस तो बाद की है महात्मा गांधी 1924 बेलगांव, जवाहरलाल नेहरू 1929 लाहौर सैशन और सुभाष चंद्र बोस ਜਿਹੜੇ ਬਣੇ ਸੀ 1938 ਹਰੀਪੁਰਾ ਸੈਸ਼ਨ। ਠੀਕ ਹੈ, ਅਗਰ ਰਾਈਟਿੰਗ ਤਾਂ ਓਬਵੀਅਸਲੀ ਤੁਹਾਨੂੰ ਨਹੀਂ ਸਮਝ ਆ ਰਹੀ ਹੋਣੀ, ਬਟ ਤੁਸੀਂ ਖੁਦ ਇਸ ਚੀਜ਼ ਨੂੰ ਰਿਵਾਈਜ਼ ਕਰ ਰਹੇ ਹੈ ਤਾਂ ਫਾਸਟ ਹੈ ਆਪਣੇ ਮਾਈਂਡ ਦੇ ਵਿੱਚ ਇਹਨੂੰ ਵੀਡੀਓ ਨੂੰ ਪੌਜ਼ ਕਰਕੇ ਦੇਖਣਾ, ਜੋ ਚੀਜ਼ਾਂ ਤੁਹਾਨੂੰ INC ਰਿਲੇਟਡ ਪਤਾ ਨੇ। ਇਸ ਤੋਂ ਇਲਾਵਾ ਵੀ ਜੋ ਪਤਾ ਹੈਗਾ ਉਹਨੂੰ ਵੀ ਮਾਈਂਡ ਦੇ ਵਿੱਚ ਰਿਵਾਈਜ਼ ਕਰ ਲੈਣਾ ਇੱਕ ਵਾਰ। ਨੈਕਸਟ ਆਪਣੇ ਕੋਲ ਹੈ ਹੂ ਵਾਜ਼ ਦਾ ਫਸਟ ਗਵਰਨਰ ਜਨਰਲ ਆਫ ਬੰਗਾਲ। ਇਹ ਤਾਂ ਆਪਾਂ ਜਦੋਂ ਪੋਲਿਟੀ ਦੇ ਸੈਸ਼ਨ ਜਿਹੜਾ ਕੀਤਾ ਸੀਗਾ ਉਹਦੇ ਬੜਾ ਡਿਟੇਲ ਨਾਲ ਕੀਤਾ ਸੀਗਾ, ਕਿਹੜਾ ਗਵਰਨਰ ਆਫ ਬੰਗਾਲ ਨੂੰ ਗਵਰਨਰ ਜਨਰਲ ਆਫ ਬੰਗਾਲ ਬਣਾਤਾ ਸੀਗਾ, ਉਹ ਕਿਹੜਾ ਬਣਿਆ ਸੀਗਾ ਆਪਣੇ ਕੋਲੇ ਵਾਰਨ ਹੇਸਟਿੰਗ ਨੂੰ ਕੀ ਬਣਾਤਾ ਸੀ ਗਵਰਨਰ ਜਨਰਲ ਆਫ ਬੰਗਾਲ। ਉਸ ਤੋਂ ਬਾਅਦ ਕੀ ਸੀਗਾ ਫਿਰ ਆਪਣੇ ਕੋਲ, ਇਸ ਤੋਂ ਬਾਅਦ ਪੋਸਟ ਆ ਗਈ ਸੀ ਗਵਰਨਰ ਜਨਰਲ ਆਫ ਇੰਡੀਆ, ਉਹ ਆਪਣੇ ਕੋਲ ਕੌਣ ਬਣਿਆ ਸੀਗਾ ਵਿਲੀਅਮ ਵੈਂਟਿਕ। ਕੁਐਸਚਨ ਅਗਰ ਆ ਗਿਆ ਕਿ ਹੂ ਵਾਜ਼ ਦ ਫਸਟ ਗਵਰਨਰ ਜਨਰਲ ਆਫ ਇੰਡੀਆ, ਸੋ ਵਿਲੀਅਮ ਵੈਂਟਿਕ। ਉਸ ਤੋਂ ਬਾਅਦ ਕੀ ਹੋਇਆ ਜਦੋਂ ਕਰਾਊਨ ਰੂਲ ਆ ਗਿਆ ਸੀਗਾ, ਫਿਰ ਜਿਹੜੀ ਹੈਗੀ ਹੈ ਗਵਰਨਰ ਜਨਰਲ ਆਫ ਇੰਡੀਆ ਦੀ ਜਿਹੜੀ ਪੋਸਟ ਸੀਗੀ ਉਹਨੂੰ ਅਬੋਲਿਸ਼ ਕਰਤਾ ਸੀਗਾ, ਆਪਣੇ ਕੋਲ ਕੀ ਆ ਗਿਆ ਸੀਗਾ ਵਾਇਸ ਰਾਏ। ਔਰ ਵਾਇਸ ਰਾਏ ਤੁਹਾਡੇ ਕੋਲ ਕਿਹੜਾ ਸੀਗਾ ਫਸਟ ਵਾਇਸ ਰਾਏ ਕੌਣ ਸੀਗਾ ਲਾਰਡ ਕੈਨਿੰਗ। ਠੀਕ ਹੈ, ਤਾਂ 3 ਕੁਐਸਚਨ ਇੱਕੋ ਕੁਐਸਚਨ ਦੇ ਵਿੱਚੋਂ ਤੁਹਾਡੇ ਰਿਵਾਈਜ਼ ਹੋ ਗਏ ਆ। ਫਸਟ ਗਵਰਨਰ ਜਨਰਲ ਆਫ ਬੰਗਾਲ, ਗਵਰਨਰ ਜਨਰਲ ਆਫ ਇੰਡੀਆ ਐਂਡ ਫਸਟ ਵਾਇਸ ਰਾਏ ਆਫ ਇੰਡੀਆ। ਔਰ ਇਹ ਲਾਰਡ ਡਫਰਿਨ ਜਿਹੜੀ ਆਪਾਂ ਗੱਲ ਕਰਦੇ ਸੀਗੇ ਜਦੋਂ ਆਪਣੇ ਕੋਲ INC ਬਣੀ ਸੀਗੀ, ਐਗਜ਼ਾਮ ਦੇ ਵਿੱਚ ਇਹ ਵੀ ਕੁਐਸਚਨ ਆ ਜਾਂਦਾ ਸੀਗਾ ਕਿ ਉਸ ਟਾਈਮ ਵਾਇਸ ਰਾਏ ਕੌਣ ਸੀਗਾ। 1885 ਦੇ ਵਿੱਚ ਜਦੋਂ INC ਬਣੀ ਸੀ ਆਪਣੇ ਕੋਲੇ, ਉਦੋਂ ਕੌਣ ਸੀਗਾ ਆਪਣੇ ਕੋਲੇ ਲਾਰਡ ਡਫਰਿਨ ਵਾਜ਼ ਦਾ ਵਾਇਸ ਰਾਏ ਦੈਟ ਟਾਈਮ। ਠੀਕ ਹੈ, ਤਾਂ ਇਹ ਜਿਹੜੇ ਹੈਗੇ ਸੀਗੇ ਕੁਐਸਚਨ ਆਪਾਂ ਡਿਸਕਸ ਕੀਤੇ। ਕੁਛ ਜਿਹਦੇ ਵਿੱਚ ਆਪਾਂ ਇਕੋਨਮੀ ਵਾਲੀ ਜਿਹਦੇ 'ਚ ਵਰਲਡ ਆਰਗੇਨਾਈਜੇਸ਼ਨਸ ਆ ਜਾਂਦੀਆਂ ਨੇ, ਉਹਨਾਂ ਦੇ ਹੈੱਡਕੁਆਟਰ ਆਪਾਂ ਡਿਸਕਸ ਕਰ ਲਏ ਆ, ਉਹਨਾਂ ਦੇ ਚੀਫ ਡਿਸਕਸ ਕਰ ਲਏ ਜਿੰਨੇ ਕੁ ਹੋ ਸਕੇ। ਸਿਮਿਲਰਲੀ ਆਪਾਂ ਕੁਛ ਟਰਮਸ ਵੀ ਡਿਸਕਸ ਕਰ ਲਏ ਜੋਗਰਾਫੀ ਦੀਆਂ। ਔਰ ਇੱਕ ਆ ਤੁਹਾਡਾ ਆਪਾਂ ਜਿਹੜਾ ਇਹ 'ਚ ਡਿਸਕਸ ਕੀਤਾ INC ਡਿਸਕਸ ਕੀਤਾ। ਆਈ ਹੋਪ ਤੁਹਾਨੂੰ ਵੀਡੀਓ ਜਿਹੜੀ ਪਸੰਦ ਆਈ ਹੋਏਗੀ। ਪਸੰਦ ਆ ਰਹੀ ਹੈ ਤਾਂ ਇਹਨੂੰ ਲਾਈਕ ਜ਼ਰੂਰ ਕਰੋ, ਕਮੈਂਟ ਕਰੋ, ਡਿਟੇਲਡ ਕਮੈਂਟ ਕਰੋ, ਸ਼ੇਅਰ ਕਰੋ। ਔਰ ਜਿਹੜੇ ਬੱਚਿਆਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ ਪੋਜ਼ੀਟਿਵ ਵਾਈਬਸ ਪੰਜਾਬ ਨੂੰ। ਔਰ ਅਗਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇਸ ਨੰਬਰ ਦੇ ਉੱਪਰ। ਥੈਂਕ ਯੂ ਵੈਰੀ ਮੱਚ।